पंजाबी नैशनल टीवी देख रहे दर्शकों का स्वागत। प्रोग्राम विचार चर्चा लैके हाजिर हो गए हैं। ਅੱਜ प्रोग्राम विचार चर्चा ਦੇ ਵਿੱਚ ਅਸੀਂ ਗੱਲਬਾਤ ਕਰਾਂਗੇ, ਉਹ ਗੱਲਬਾਤ ਕਰਾਂਗੇ ਜਿਸ ਤੇ ਸਾਰੇ ਦੇਸ਼ਾਂ ਵਿਦੇਸ਼ਾਂ ਦੀਆਂ ਨਜ਼ਰਾਂ ਨੇ, ਸਾਰੇ ਲੋਕਾਂ ਦੀਆਂ ਨਜ਼ਰਾਂ ਨੇ। ਦਿੱਲੀ ਦੇ ਵਿੱਚ ਜਿਹੜਾ ਅੰਦੋਲਨ ਚੱਲ ਰਿਹਾ ਹੈ ਉਹ ਗੱਲਬਾਤ ਕਰਾਂਗੇ। ਕੱਲ ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਉਸ ਬਾਰੇ ਗੱਲਬਾਤ ਕਰਾਂਗੇ। ਸਨਮਾਨ ਤੇ ਅਵਾਰਡ ਜਿਹੜੇ ਸਰਕਾਰਾਂ ਨੂੰ ਵਾਪਸ ਕੀਤੇ ਜਾ ਰਹੇ ਨੇ, ਕਿਸਾਨੀ ਸਮਰਥਨ ਦੇ ਵਿੱਚ ਜਿਹੜੇ ਲੋਕ ਖੜੇ ਨੇ ਉਹਨਾਂ ਬਾਬਤ ਗੱਲਬਾਤ ਕਰਾਂਗੇ। ਤੇ ਸਟੂਡੀਓ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਅੰਮ੍ਰਿਤ ਸ਼ਰਮਾ ਜੀ ਤੇ ਅਵਤਾਰ ਸਿੰਘ ਸ਼ੇਰਗਿੱਲ ਜੀ। ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਨੈਸ਼ਨਲ ਦੀ ਟੀਮ ਜਿਹੜੀ ਆ ਦਿੱਲੀ ਗਈ ਹੋਈ ਸੀ ਕਵਰੇਜ ਕਰਨ ਵਾਸਤੇ, ਤੇ ਸਰ ਤੁਸੀਂ ਵੀ ਗਏ ਹੋਏ ਸੀ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲੋਂ ਦਿੱਲੀ ਦੀ ਗਰਾਊਂਡ ਰਿਪੋਰਟ ਬਾਰੇ ਜਾਣਨਾ ਚਾਹਾਂਗੇ। ਦਿੱਲੀ ਤੇ ਬੈਠੇ ਕਿਸਾਨਾਂ ਦੇ, ਦਿੱਲੀ ਦੀ ਹਿੱਕ ਤੇ ਬੈਠੇ ਕਿਸਾਨਾਂ ਨੇ ਕੀ ਦਿੱਲੀ ਨੂੰ ਹਿਲਾਇਆ ਹੈ ਕਿ ਨਹੀਂ ਹਿਲਾਇਆ ਹਾਲੇ ਤੱਕ? ਸਵਲੀਨ ਜੀ, ਜਦੋਂ ਅਸੀਂ ਇੱਥੇ ਰੋਜ਼ ਗੱਲਬਾਤ ਕਰਦੇ ਸੀ, ਅਖਬਾਰ ਪੜ੍ਹਦੇ ਆ ਜਾਂ ਟੀਵੀ ਤੋਂ ਦੇਖਦੇ ਆ, ਤੇ ਸਾਨੂੰ ਲੱਗਦਾ ਸੀਗਾ ਕਿ ਉੱਥੇ ਬਹੁਤ ਕੁਝ ਵਧੀਆ ਤਰੀਕੇ ਨਾਲ ਹੋ ਰਿਹਾ ਤੇ ਅੰਦੋਲਨ ਬੜਾ ਭਖਿਆ ਹੋਇਆ। ਪਰ ਉਹ ਕਹਿੰਦੇ ਨੇ ਕਿ ਕੰਦੋਲੇ ਪ੍ਰਦੇਸ਼, ਜਦੋਂ ਅਸੀਂ ਉੱਥੇ ਜਾ ਕੇ ਦੇਖਦੇ ਆ ਫਿਰ ਉਹਦੇ 'ਚ ਕੁਝ ਨਜ਼ਾਰੇ ਹੋਰ ਸਮਝ ਆਉਂਦੇ ਨੇ। ਖਬਰਾਂ ਦੇ ਵਿੱਚ ਅਸੀਂ ਉਹਦੀਆਂ ਬਹੁਤ ਸਾਰੀਆਂ ਨੈਗੇਟਿਵ ਗੱਲਾਂ ਵੀ ਦੇਖਦੇ ਆ ਕਿ ਉੱਥੇ ਇਦਾਂ ਹੋ ਰਿਹਾ, ਉੱਥੇ ਇਦਾਂ ਹੋ ਰਿਹਾ। ਪਰ ਜਦੋਂ ਅਸੀਂ ਉੱਥੇ ਪਹੁੰਚੇ, ਅਸੀਂ 2 ਦਿਨ ਉੱਥੇ ਰਹੇ, ਪੂਰੀ ਟੀਮ ਸੀ, ਸਾਰਾ ਕੁਝ ਅਸੀਂ ਦੇਖਿਆ, ਤੇ ਉੱਥੇ ਜਿਹੜਾ ਨਜ਼ਾਰਾ ਨਜ਼ਰ ਆਇਆ, ਉਹਨੂੰ ਜੇ ਮੈਂ ਕਹਾਂ ਕਿ ਦਿੱਲੀ ਬਾਰਡਰ ਤੇ ਇੱਕ ਨਵਾਂ ਪੰਜਾਬ ਬਣਿਆ ਹੋਇਆ, ਤੇ ਉਹ ਬਿਲਕੁਲ ਸਹੀ ਗੱਲ ਹੋਏਗੀ। ਘੱਟੋ ਘੱਟ 10-15 ਕਿਲੋਮੀਟਰ ਪਹਿਲਾਂ ਸ਼ੁਰੂ ਹੋ ਜਾਂਦੀਆਂ ਟਰਾਲੀਆਂ ਦੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਔਰ ਏਡੇ ਤਰੀਕੇ ਨਾਲ ਉਹਨਾਂ ਨੇ ਸਿਸਟਮ ਬਣਾਇਆ ਹੋਇਆ ਵੀ ਟਰਾਲੀਆਂ ਖੜੀਆਂ ਨੇ, ਉਹਨਾਂ ਦੇ ਉੱਤੇ ਤਰਪਾਲ ਪਾਏ ਹੋਏ ਆ, ਨਾਲ ਹੀ ਨਾਲ ਆਪਣਾ ਖਾਣ ਪੀਣ ਦਾ ਸਮਾਨ, ਰਸੋਈ ਜਿਹਨੂੰ ਤੁਸੀਂ ਕਹਿੰਦੇ ਆ। ਤੁਸੀਂ ਪੁਰਾਣੇ ਘਰਾਂ 'ਚ ਦੇਖਿਆ ਹੋਣਾ ਕਿ ਚੌਂਕੇ ਚੁੱਲ੍ਹੇ ਬਾਹਰ ਹੁੰਦੇ ਸੀ, ਤੇ ਜਦੋਂ ਬਗਲੇ ਨਹੀਂ ਹੁੰਦੇ ਸੀ, ਇੰਜ ਲੱਗਦਾ ਆ ਕਿ ਵੱਖਰਾ ਵੱਖਰਾ ਘਰ ਆ ਤੇ ਇੱਕ ਪਿੰਡ ਆ। ਪਿੰਡ ਵੀ ਏਡਾ ਵੱਡਾ ਹੈ, 10-12 ਕਿਲੋਮੀਟਰ। ਇਸੇ ਕਰਕੇ ਆਪਾਂ ਉਹਨੂੰ ਇੱਕ ਪੰਜਾਬ ਦਾ ਨਾਮ ਦੇ ਸਕਦੇ ਹਾਂ। ਫਿਰ ਜਿਹੜੀਆਂ ਗੱਲਾਂ ਹੁੰਦੀਆਂ ਸੀ ਕਿ ਉੱਥੇ ਖਾਲਿਸਤਾਨੀ ਲੋਕ ਨੇ, ਉੱਥੇ ਇਹ ਹੈ, ਉੱਥੇ ਉਹ ਹੈ, ਉੱਥੇ ਕੁਝ ਹੋਰ ਹੋ ਰਿਹਾ। ਬੜੇ ਸੋਹਣੇ ਤਰੀਕੇ ਨਾਲ ਲੋਕ ਸਵੇਰੇ ਉੱਠ ਕੇ ਆਪਣਾ ਕੰਮ ਕਰਕੇ, ਬ੍ਰੇਕਫਾਸਟ ਦੀ ਤਿਆਰੀ ਕਰਕੇ, ਖਾਣ ਪੀਣ ਤੋਂ ਬਾਅਦ ਸਟੇਜ ਤੇ ਪਹੁੰਚ ਜਾਂਦੇ ਨੇ। ਸਟੇਜ ਬਿਲਕੁਲ ਪੰਜਾਬੀ ਮੇਲਿਆਂ ਵਾਲੀ 2 ਜਾਂ 3 ਟਰਾਲੀਆਂ ਨੂੰ ਮਿਕਸ ਰਲਾ ਕੇ ਸੈੱਟ ਕਰਕੇ ਸਟੇਜ ਬਣਾਈ ਹੋਈ ਹੈ। ਸਵੇਰੇ ਸ਼ੁਰੂ ਹੁੰਦੀ ਆ, ਸ਼ਾਮ ਤੱਕ ਉਹ ਸਟੇਜ ਲਗਾਤਾਰ ਚੱਲਦੀ ਆ, ਤੇ ਜਿਹੜੇ ਸਟੇਜ ਸੈਕਟਰੀ ਨੇ ਉਹ ਇੱਕ ਬੁਲਾਰੇ ਨੂੰ 2 ਤੋਂ 5 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਦਿੰਦੇ। ਤੁਸੀਂ ਸੋਚੋ, ਸਵੇਰੇ 9-9:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਕਿੰਨੇ ਬੁਲਾਰੇ ਬੋਲਦੇ ਹੋਣ। ਇਹੋ ਜਿਹਾ ਮਾਹੌਲ ਉੱਥੇ ਦੇਖਿਆ ਤੁਸੀਂ, ਤੁਰ ਕੇ ਫਿਰ ਕੇ ਘੁੰਮ ਕੇ ਸਾਰਾ ਉਹਨੂੰ ਜਿੰਨਾ ਦੇਖਿਆ, ਜਿਹੋ ਜਿਹੇ ਲੋਕ ਉੱਥੇ ਦੇਖੇ। ਛੋਟੇ ਛੋਟੇ ਬੱਚੇ ਸਾਈਕਲਾਂ ਤੇ ਆਏ ਹੋਏ ਨੇ, ਕੋਈ ਹਰਿਆਣੇ ਤੋਂ ਆਇਆ ਹੋਇਆ, ਨਾਲ ਦੇ ਪਿੰਡਾਂ ਤੋਂ, ਤੇ ਕੋਈ ਦਿੱਲੀ ਤੋਂ ਆਇਆ ਹੋਇਆ। ਬਹੁਤ ਸਾਰੇ ਉੱਥੇ ਮਾਂ-ਬਾਪ ਦੇਖੇ ਜਿਹੜੇ ਬੱਚਿਆਂ ਨੂੰ ਨਾਲ ਲੈ ਕੇ ਆਏ ਹੋਏ ਨੇ। ਸਾਡੀ ਉਹਨਾਂ ਨਾਲ ਗੱਲਬਾਤ ਹੋਈ, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਬੱਚਿਆਂ ਨੂੰ, ਉਹ ਕਹਿੰਦੇ ਬੱਚਿਆਂ ਨੂੰ ਵੀ ਤਾਂ ਦਿਖਾਉਣਾ ਪਏਗਾ ਕਿ ਅਸੀਂ ਕੀ ਹੋ ਰਿਹਾ ਤੇ ਕਿੱਦਾਂ ਹੋਣਾ ਚਾਹੀਦਾ। ਜਵਾਨ ਤੇ ਬਹੁਤ ਨੇ, ਨੌਜਵਾਨ ਬਹੁਤ ਨੇ, ਮੁੰਡੇ ਵੀ ਉਨੇ ਹੀ ਨੇ ਤੇ ਕੁੜੀਆਂ ਵੀ ਉਨੀ ਨੇ। ਸਟੂਡੈਂਟਸ ਨੇ, ਸਕੂਲਾਂ ਦੇ, ਕਾਲਜਸ ਦੇ, ਯੂਨੀਵਰਸਿਟੀਜ਼ ਦੇ ਸਟੂਡੈਂਟਸ ਨੇ, ਉਹ ਅਲੱਗ-ਅਲੱਗ ਤਰੀਕਿਆਂ ਨਾਲ ਉੱਥੇ ਆਪਣਾ ਪ੍ਰਦਰਸ਼ਨ ਕਰ ਰਹੇ ਨੇ। ਅਸੀਂ ਕਹਿੰਦੇ ਸੀ ਕਿ ਸਾਡੇ ਨੌਜਵਾਨ ਜਿਹੜੇ ਨਸ਼ਈ ਨੇ, ਪਰ ਅਸੀਂ ਉੱਥੇ ਬਿਲਕੁਲ ਮੂਕ ਬਣ ਕੇ ਬੈਨਰਸ ਲੈ ਕੇ ਅਲੱਗ-ਅਲੱਗ ਲਿਖ ਕੇ, ਕਿਸੇ ਨੇ ਚਾਕ ਨਾਲ ਲਿਖਿਆ ਹੋਇਆ, ਕਿਸੇ ਨੇ ਕੋਲੇ ਨਾਲ ਲਿਖਿਆ ਹੋਇਆ, ਕਿਸੇ ਨੇ ਉਹ ਪ੍ਰਿੰਟ ਕਢਾਈ ਹੋਈ ਹੈ। ਫਿਰ ਖਾਣ ਪੀਣ ਦਾ ਪ੍ਰਬੰਧ, ਟ੍ਰੈਫਿਕ ਦੇ ਵਿੱਚ, ਹਾਲਾਂਕਿ ਕਿਉਂਕਿ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਗਏ ਨੇ, ਕਿਤੇ ਨਾ ਕਿਤੇ ਬਦ ਇੰਤਜ਼ਾਮੀ ਜ਼ਰੂਰ ਨਜ਼ਰ ਆਉਂਦੀ ਆ, ਪਰ ਉਹ 10-12 ਕਿਲੋਮੀਟਰ ਦੇ ਏਰੀਏ 'ਚ ਕੋਈ ਕਿਸੇ ਨੂੰ ਉੱਚੀ ਨਹੀਂ ਬੋਲਦਾ, ਕੋਈ ਰੌਲਾ ਨਹੀਂ ਹੈਗਾ, ਧੂੜ ਜ਼ਰੂਰ ਉੱਡਦੀ ਆ, ਤੇ ਪਰ ਉਹ ਸਾਰੇ ਦਾ ਸਾਰਾ ਜਿਹੜਾ ਸਿਸਟਮ ਆ ਉਹ ਇੱਕ ਵੱਖਰਾ ਨਜ਼ਾਰਾ ਪੇਸ਼ ਕਰਦਾ। ਇਸ ਤੋਂ ਵੱਡੇ ਇਕੱਠ ਵੀ ਹੁੰਦੇ ਹੋਣਗੇ ਦੁਨੀਆ 'ਚ, ਪਰ ਉਹ ਧਾਰਮਿਕ ਹੁੰਦੇ ਨੇ। ਜਦੋਂ ਜਿੱਦਾਂ ਕਿ ਮੇਰੀ ਜਾਣਕਾਰੀ 'ਚ ਆ, ਮੈਂ ਇਸ ਤੋਂ ਪਿਛਲੇ ਸਾਲਾਂ ਦੇ ਵਿੱਚ ਕੁੰਭ ਦੇਖਿਆ ਸੀ, ਉੱਥੇ ਇਸ ਤੋਂ ਜ਼ਿਆਦਾ ਵੱਡੇ ਲੋਕ ਇਕੱਠ ਸੀ, ਪਰ ਉਹ ਸਿਰਫ ਔਰ ਸਿਰਫ ਧਾਰਮਿਕ ਸੀ। ਇੱਥੇ ਲੋਕ ਬਿਨਾਂ ਕਿਸੇ ਸੱਦੇ ਤੋਂ ਗਏ ਨੇ, ਆਪ ਮੁਹਾਰੇ ਗਏ ਨੇ, ਆਪਣੀ ਸਮੱਸਿਆਵਾਂ ਦੇ ਹੱਲ ਲਈ ਗਏ ਨੇ, ਆਪਣੇ ਹੱਕਾਂ ਲਈ। ਜੇ ਕਹੀਏ ਵੀ ਲੜਨ ਵਾਸਤੇ ਪਹਿਲੀ ਵਾਰੀ ਏਡਾ ਵੱਡਾ ਇਕੱਠ ਹੋਇਆ, ਬਿਲਕੁਲ ਬਹੁਤ ਵੱਡਾ ਇਕੱਠ ਆ। ਤੇ ਉਸ ਤੋਂ ਵੀ ਜਿਹੜੀ ਵਧੀਆ ਗੱਲ ਆ, ਇਹ ਨਜ਼ਰ ਆਉਂਦੀ ਆ ਕਿ ਇਹ ਸਾਰੇ ਦੇ ਸਾਰੇ ਲੋਕ ਆਪਣੀ ਮਰਜ਼ੀ ਨਾਲ ਗਏ ਨੇ, ਔਰ ਸਿਰਫ ਕਿਸਾਨਾਂ ਦੀਆਂ ਜਿਹੜੀ ਜਥੇਬੰਦੀਆਂ ਉਹਨਾਂ ਦੇ ਕਹਿਣ ਤੇ ਗਏ ਨੇ। ਉਹਨਾਂ ਨੇ ਵੀ ਕਿਸੇ ਨੂੰ ਕਿਹਾ ਨਹੀਂ ਵੀ ਤੁਸੀਂ ਆਓ। ਆਪਣੇ ਲੈਵਲ ਤੇ ਉਹਨਾਂ ਨੇ ਆਪਣੇ ਆਰਗੇਨਾਈਜੇਸ਼ਨ ਦੇ ਵਿੱਚ ਆਪਣੀ ਜਥੇਬੰਦੀਆਂ ਜ਼ਰੂਰ ਲੋਕਾਂ ਨੂੰ ਸੱਦਿਆ ਹੋਏਗਾ, ਪਰ ਬਹੁਤ ਵੱਡਾ ਇਕੱਠ ਆ। ਤੇ ਵੱਡੀ ਗੱਲ ਇਹ ਆ ਕਿ ਕਿਸੇ ਵੀ ਧਰਮ ਦੀ, ਜਾਤ ਦੀ, ਲਿੰਗ ਦਾ ਤੇ ਸਿਆਸਤ ਦਾ ਭੇਦਭਾਵ ਨਹੀਂ ਹੈਗਾ। ਕੋਈ ਲੈਫਟਿਸਟ ਨਹੀਂ ਆ, ਕੋਈ ਰਾਈਟਿਸਟ ਨਹੀਂ ਆ, ਉੱਥੇ ਕੋਈ ਹਿੰਦੂ ਨਹੀਂ ਆ, ਕੋਈ ਸਿੱਖ ਨਹੀਂ ਆ, ਕੋਈ ਆਦਮੀ ਨਹੀਂ ਆ, ਕੋਈ ਔਰਤ ਨਹੀਂ ਆ, ਸਾਰੇ ਦੇ ਸਾਰੇ ਪੰਜਾਬੀ ਆ, ਸਾਰੇ ਦੇ ਸਾਰੇ
ਉੱਥੇ ਜੁੜੇ ਹੋਏ ਨੇ। ਮੈਂ ਉੱਥੇ ਕਹਿਣਾ ਚਾਹੂੰਗਾ, ਬਹੁਤ ਸਾਰੇ ਲੋਕ ਕਹਿੰਦੇ ਸੀਗੇ ਕਿ ਉੱਥੇ ਕੌਣ ਆ, ਕਿਹੜੀ ਜਾਤ ਦੇ ਨੇ, ਕੀ ਨੇ। ਉੱਥੋਂ ਦੇਖ ਕੇ ਇਹ ਲੱਗਦਾ ਕਿ ਇਹ ਸਾਰੇ ਕਿਸਾਨ ਨੇ, ਆਪਣੇ ਹੱਕਾਂ ਲਈ ਆਏ ਨੇ। ਜੇ ਤੁਸੀਂ ਇਹਨਾਂ ਦੀ ਜਾਤ ਪੁੱਛਣੀ ਆ ਵੀ ਇਹ ਕੌਣ ਨੇ, ਤੇ ਸਵੇਰੇ ਆਪਣੀ ਥਾਲੀ 'ਚ ਦੇਖ ਲਿਓ, ਜੋ ਕੁਛ ਹੈਗਾ ਉਹੀ ਨੇ ਜੀ। ਅਸੀਂ ਖਬਰਾਂ 'ਚ ਵੀ ਦੇਖਿਆ ਕਿ ਮੁਸਲਮਾਨ ਭਾਈਚਾਰਾ ਜਿਹੜਾ ਆ ਉਹ ਉੱਥੇ ਲੰਗਰ ਤਿਆਰ ਕਰ ਰਿਹਾ, ਉਹਨਾਂ ਨੂੰ ਖਵਾ ਰਿਹਾ ਆ। ਬੱਚੇ ਜਿਹੜੇ ਉੱਥੇ ਕਿਤਾਬਾਂ ਲੈ ਕੇ ਗਏ ਨੇ, ਪੜ੍ਹ ਵੀ ਰਹੇ ਨੇ। ਔਰ ਜਿਨ੍ਹਾਂ ਬਜ਼ੁਰਗਾਂ ਦੇ ਗੋਡੇ ਤੱਕ ਦੁਖਦੇ ਨੇ, ਤੁਰਿਆ ਨਹੀਂ ਜਾਂਦਾ, ਉਹ ਵੀ ਉੱਥੇ ਪਹੁੰਚੇ ਨੇ, ਮਾਲਸ਼ਾਂ ਕਰਦੇ ਨੇ, ਸਵੇਰੇ ਗਰਮ ਪੱਟੀਆਂ ਕਰਦੇ ਨੇ, ਤੇ ਫਿਰ ਉਹੀ ਜੋਸ਼ ਦੇ ਨਾਲ ਬੈਠ ਜਾਂਦੇ ਨੇ ਧਰਨਿਆਂ ਤੇ। ਬਿਲਕੁਲ ਜੀ। ਇੱਕ ਅਸੀਂ ਹੋਰ ਗੱਲ ਨੋਟ ਕੀਤੀ, ਜਦੋਂ ਅਸੀਂ ਜਾਂਦੇ ਸੀ, ਜਾ ਰਹੇ ਸੀ, ਰਸਤੇ 'ਚ ਦੇਖਿਆ ਕਿ ਕਿੰਨੇ ਕੁ ਲੋਕ ਵਾਪਸ ਆ ਰਹੇ ਨੇ ਜੀ। ਵਾਪਸ ਆਉਣ ਵਾਲਿਆਂ ਦੀ ਤਾਦਾਦ ਘਟਿਆ ਤੇ ਜਾਣ ਵਾਲਿਆਂ ਦੀ ਤਾਦਾਦ ਵਧਿਆ ਜੀ ਜੀ। ਤੇ ਉੱਥੇ ਵੱਖ-ਵੱਖ ਲੋਕਾਂ ਨੂੰ, ਸਾਡਾ ਬਹੁਤ ਲੋਕਾਂ ਨੂੰ ਮਿਲਣ ਦਾ ਵਾਸਤਾ ਬਣਿਆ। ਪੜ੍ਹੇ ਲਿਖੇ ਲੋਕ ਵੀ ਤੇ ਜਿਹੜੇ ਕਿਸਾਨ ਸਾਡੇ ਭਾਈ ਨੇ ਉਹ ਵੀ, ਪ੍ਰੋਫੈਸਰਸ ਵੀ ਸਾਨੂੰ ਮਿਲੇ, ਹੋਰ ਦਾਨਿਸ਼ਵਰ ਵੀ ਬੰਦਿਆਂ ਨਾਲ ਮੁਲਾਕਾਤਾਂ ਹੋਈਆਂ, ਸਾਹਿਤਕ ਲੋਕ ਵੀ ਮਿਲੇ ਤੇ ਸਿੰਗਰ ਵੀ ਮਿਲੇ। ਕਿਸੇ ਨੇ ਨਹੀਂ ਇਹ ਕਿਹਾ ਕਿ ਇਹ ਸਾਨੂੰ ਕਾਹਲਿਆ ਵਾਪਸ ਘਰ ਜਾਣ ਦੀ ਜੀ ਜੀ। ਕੁਝ ਬਜ਼ੁਰਗਾਂ ਨੇ ਤਾਂ ਇਹ ਕਿਹਾ ਕਿ ਮੰਨ ਜਾਣਗੇ ਤਾਂ ਠੀਕ ਹੈ, ਨਹੀਂ ਤਾਂ ਲੋਹੜੀ ਤੋਂ ਬਾਅਦ ਚਲੇ ਜਾਵਾਂਗੇ, ਕੋਈ ਗੱਲ ਨਹੀਂ। ਅਸੀਂ ਤਾਂ ਇਹ ਵੀ ਸੁਣਿਆ, ਕਹਿੰਦੇ ਸਾਡਾ ਮਸਲਾ ਛੇਤੀ ਹੱਲ ਕਰ ਦਿਓ, ਨਹੀਂ ਤੇ ਸਾਡਾ ਜੀ ਲੱਗ ਗਿਆ ਤੇ ਅਸੀਂ ਜਾਣਾ ਨਹੀਂ। ਇਹ ਵੀ ਇੱਕ ਮਤਲਬ ਚੁਟਕਲੇ ਵਰਗੀਆਂ ਗੱਲਾਂ ਵੀ ਲੋਕੀ ਸੁਣਾ ਰਹੇ ਨੇ ਕਿ ਪੰਜਾਬੀ ਜਿੱਥੇ ਇੱਕ ਵਾਰ ਚੱਲ ਜਾਂਦੇ ਨੇ ਫਿਰ ਜੋੜ ਮੇਲਾ ਬਣਾਉਂਦੇ ਨੇ ਤੇ ਹਰ ਸਾਲ ਜਾਇਆ ਕਰਦੇ ਨੇ। ਕਹਿੰਦੇ ਰਿਸ਼ਤੇਦਾਰੀਆਂ ਬਣ ਗਈਆਂ, ਅਸੀਂ ਮੁੜਨਾ ਨਹੀਂ, ਸਾਨੂੰ ਛੇਤੀ ਮੁੜ ਦਿਓ। ਉੱਥੇ ਦੇ ਲੋਕਲ ਲੋਕਾਂ ਨੂੰ ਸਾਨੂੰ ਬਹੁਤ ਮਿਲਣ ਦਾ ਮੌਕਾ ਮਿਲਿਆ। ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਇਹ ਲੋਕ ਸਾਨੂੰ ਤੰਗ ਕਰਦੇ ਨੇ, ਸਾਡਾ ਬਿਜ਼ਨਸ ਖਰਾਬ ਕਰਦੇ। ਰੁਕ ਕਰਦੇ ਹਾਂ ਅਵਤਾਰ ਸ਼ੇਰਗਿੱਲ ਜੀ ਵੱਲ। ਸਰ, ਤੁਸੀਂ ਇਸ ਸਭ ਨੂੰ ਕਿੱਦਾਂ ਦੇਖ ਰਹੇ ਹੋ, ਕਿਸਾਨੀ ਅੰਦੋਲਨ ਨੂੰ, ਦਿੱਲੀ ਨੂੰ, ਸਭ ਕੁਝ? ਦੇਖੋ ਜੀ, ਜਿਹੜੀ ਗੱਲ ਤਾਂ ਤੁਸੀਂ ਕਹੀ ਆ ਕਿ ਦਿੱਲੀ ਦੇ ਹਿੱਕ ਦੇ ਵਿੱਚ ਜਾ ਕੇ ਵੱਜੇ ਆ, ਔਰ ਦਿੱਲੀ ਹਿਲਾਈ ਕਿ ਨਹੀਂ ਹਿਲਾਈ, ਇਹ ਵਾਕਿਆ ਹਿਲਾ ਦਿੱਤੀ ਆ, ਇਹ 'ਚ ਕੋਈ ਸ਼ੱਕ ਨਹੀਂ। ਨਹੀਂ ਤਾਂ 11 ਦਿਨ ਚੱਲਦਿਆਂ ਨੂੰ ਹੋ ਗਏ ਆ, ਤੇ ਜੇ ਸਰਕਾਰ ਨੂੰ ਜੇ ਨਾ ਹਿਲਾਇਆ ਹੁੰਦਾ ਤੇ ਉਹ ਮੀਟਿੰਗਾਂ ਦਾ ਦੌਰ, ਜਿਵੇਂ ਕਿ ਪਿਛਲੇ 2.5-3 ਮਹੀਨਿਆਂ ਤੋਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਮੀਟਿੰਗ ਕਰਨੀ ਕਿ ਨਹੀਂ ਕਰਨੀ, ਉਹ ਹੁਣ ਇਸ ਵੇਲੇ ਮੀਟਿੰਗ ਤੇ ਮੀਟਿੰਗ ਲੱਗੇ ਹੋਆ। ਇਕੱਲੇ ਕਿਸਾਨਾਂ ਨਾਲ ਹੀ ਨਹੀਂ, ਉਹਦੇ ਵਿੱਚ ਅਮਿਤ ਸ਼ਾਹ ਵੀ ਕਰ ਰਿਹਾ ਮੀਟਿੰਗ, ਉਹਦੇ ਵਿੱਚ ਪ੍ਰਧਾਨ ਮੰਤਰੀ ਵੀ ਦਖਲ ਦੇ ਕੇ ਆ ਕੇ ਮੀਟਿੰਗ ਕਰ ਰਿਹਾ। ਜਦੋਂ ਦੇਖਿਆ ਵੀ ਇਹ ਗੱਲ ਜਿਹੜੀ ਇਹਨਾਂ ਦੇ ਵੱਸ ਦੀ ਨਹੀਂ ਆ, ਫਿਰ ਪ੍ਰਧਾਨ ਮੰਤਰੀ ਨੂੰ ਵੀ ਮੀਟਿੰਗ ਕਰਨੀ ਪਈ ਆ। ਸੋ ਉਹਨਾਂ ਨੂੰ ਇੱਕ ਹਿੱਲੇ ਹੋਣ ਕਰਕੇ ਹੀ ਉਹਨਾਂ ਦੀ ਐਸੀ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਵੀ ਇਹ ਹੋ ਕੀ ਗਿਆ। ਔਰ ਇਸ ਤਰੀਕੇ ਨਾਲ ਜਿਹੜਾ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਆ, ਮੈਨੂੰ ਉਮੀਦ ਨਹੀਂ ਕਿ ਇਤਿਹਾਸ ਦੇ ਵਿੱਚ ਕਦੀ ਇਹੋ ਜਿਹਾ ਹੋਇਆ ਹੋਊਗਾ। ਔਰ ਉਹਦੀ ਤਾਰੀਫ ਸਰਕਾਰ ਨੇ ਤਾਂ ਕਰਨੀ ਆ, ਵਿਦੇਸ਼ਾਂ 'ਚ ਵੀ ਇਹੋ ਜਿਹੀ ਤਾਰੀਫ ਹੋ ਰਹੀ ਆ। ਸਰਕਾਰ ਦੇ ਤਾਂ ਮੰਤਰੀਆਂ ਨੇ ਕਹਿਤਾ ਵੀ ਧੰਨ ਆ, ਤੁਹਾਡਾ ਜਿਹੜਾ ਅੰਦੋਲਨ ਇੰਨਾ ਸ਼ਾਂਤਮਈ ਰਿਹਾ, ਇਹ ਵਾਕਈ ਕਾਬਲੇ ਤਾਰੀਫ ਆ। ਗੱਲ ਕਰਦੇ ਆ ਆਪਾਂ ਨੌਜਵਾਨਾਂ ਦੀ, ਔਰ ਉੱਥੇ ਜਿਹੜੇ ਪਹੁੰਚੇ ਆ ਜੋਸ਼ ਦੀ ਲੈ ਕੇ ਬੁਲੰਦ ਹੌਸਲੇ ਦੀ। ਦੇਖੋ, ਕਦੀ ਟੈਗ ਲੱਗਾ ਸੀ ਪੰਜਾਬ ਤੇ ਵੀ ਇਹ ਨਸ਼ੇੜੀ ਹੋ ਗਿਆ ਜੀ ਨੌਜਵਾਨ। 70% ਸਿਆਸੀ ਬੰਦੇ ਸਾਫ਼ ਕਹਿ ਰਹੇ ਸੀਗੇ ਵੀ ਪੰਜਾਬ ਦੇ 70% ਨੌਜਵਾਨ ਨਸ਼ੇੜੀ ਆ। ਫਿਰ ਇਹ ਵੀ ਗੱਲ ਹੋ ਰਹੀ ਸੀ ਵੀ ਪੰਜਾਬ ਦੇ ਵਿੱਚ ਸਿੱਖੀ ਜਿਹੜੀ ਆ ਉਹ ਨਿਗਾਰ ਵੱਲ ਜਾ ਰਹੀ ਆ। ਪਰ ਜੋ ਅੱਜ ਤੱਕ ਆਪਾਂ ਉੱਥੋਂ ਦੀਆਂ ਤਸਵੀਰਾਂ ਦੇਖ ਰਹੇ ਆ, ਜੋ ਉੱਥੋਂ ਦੇ ਵੀਡੀਓਜ਼ ਦੇਖ ਰਹੇ ਆ, ਜੋ ਦ੍ਰਿਸ਼ ਪੇਸ਼ ਕਰਦੀਆਂ, ਉਹ ਆਪਣੇ ਆਪ 'ਚ ਇੱਕ ਵਿਸ਼ਾਲ ਦਾਇਰਾ ਦੱਸ ਰਹੀਆਂ ਵੀ ਇਹੋ ਜਿਹਾ ਕੁਝ ਵੀ ਨਹੀਂ ਹੈਗਾ। ਜਿੱਥੇ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਆ, ਉੱਥੇ ਜੋਸ਼ ਬੁਲੰਦ ਸਾਰਾ ਕੁਝ ਰਲ ਕੇ ਆ। ਕਿਸੇ ਵੀ ਤਰੀਕੇ ਨਾਲ ਕੋਈ ਨਸ਼ੇ ਵਾਲਾ ਗੱਲ ਨਹੀਂ ਹੈਗੀ, ਕਿਸੇ ਤਰੀਕੇ ਨਾਲ ਕੋਈ ਸਿੱਖੀ ਦੇ ਨਿਘਾਰ ਵਾਲੀ ਗੱਲ ਨਹੀਂ ਹੈਗੀ। ਜੇ ਕੋਈ ਪੁਲਿਸ ਵਾਲਾ ਕੋਈ ਡੰਡਾ ਮਾਰਦਾ ਤੇ ਉੱਥੇ ਸਾਡੇ ਸਾਡੇ ਪੰਜਾਬੀ ਨੌਜਵਾਨ ਆ, ਉਹ ਭਾਈ ਕਨਈਆ ਬਣ ਕੇ ਉਹਨਾਂ ਨੂੰ ਲੰਗਰ ਛਕਾ ਰਹੇ ਆ। ਤੇ ਜੇ ਕੋਈ ਉੱਥੇ ਪਾਣੀ ਦੀਆਂ ਤੇਜ਼ ਬੁਛਾੜਾਂ ਮਾਰਦਾ, ਕੜਾਕੇ ਦੀ ਠੰਡ ਵਿੱਚ ਉੱਥੇ ਹਿੱਕ ਡਾਹ ਕੇ ਮੋਹਰੇ ਖੜ ਕੇ ਦੱਸ ਰਹੇ ਆ ਵੀ ਅਸੀਂ ਭਾਈ ਮਨੀ ਸਿੰਘ ਦੇ ਵਾਰਸ ਆ। ਉਸ ਤੋਂ ਅੱਗੇ ਅਗਲੀ ਗੱਲ, ਜਦੋਂ ਰਾਤ ਦੇ ਸੌਣ ਵੇਲੇ ਖੁੱਲੇ ਅਸਮਾਨਾਂ ਦੇ ਹੇਠ ਰੜੇ ਮੈਦਾਨ ਦੇ ਵਿੱਚ ਕੋਈ ਬਿਸਤਰਾ ਨਹੀਂ, ਕੁਛ ਨਹੀਂ, ਮਾੜੀ ਜਿਹੀ ਚਾਦਰ ਵਿਛਾਈ ਆ, ਜਾਂ ਕਈਆਂ ਦਾ ਪਰਾਲੀ ਸਿੱਟੀ ਹੋਆ, ਉਹਨੂੰ ਹੀ ਬਿਸਤਰਾ ਬਣਾ ਕੇ ਜੇ ਸੁੱਤੇ ਆ, ਲੰਮੇ ਪਏ ਆ, ਤਾਂ ਉਹ ਦੱਸ ਰਹੇ ਆ ਕਿ ਅਸੀਂ ਗੁਰੂ ਅਰਜਨ ਦੇਵ ਜੀ ਦੇ ਉਹ ਬੋਲ ਪੁਗਾ ਰਹੇ ਆ, ਤੇਰਾ ਭਾਣਾ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾ ਰਕ ਮੰਗੇ। ਉਸ ਤੋਂ ਅੱਗੇ ਮੈਂ ਹੋਰ ਦੱਸ ਦੇਵਾਂ, ਜਿਸ ਤਰੀਕੇ ਨਾਲ ਉੱਥੇ ਆਕਾਸ਼ ਗੁੰਜਾਊ ਜੈਕਾਰੇ ਛੱਡੇ ਜਾ ਰਹੇ ਆ ਬੋਲੇ ਸੋ ਨਿਹਾਲ ਦੇ, ਉਹ ਦੱਸ ਰਹੇ ਆ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਚੜ੍ਹਦੀ ਕਲਾ ਦਾ ਪ੍ਰਤੀਕ ਆ, ਉਹ ਅੱਜ ਵੀ ਆ ਸਰਕਾਰ ਨੂੰ ਕਲੀਅਰ ਕੱਟ ਦੱਸ ਰਹੇ ਆ, ਤੂੰ ਸਰਕਾਰੇ ਜਿੱਦਾਂ ਮਰਜ਼ੀ ਸਾਨੂੰ ਰੱਖ ਲਾ, ਅਸੀਂ ਤਾਂ ਚੜ੍ਹਦੀ ਕਲਾ ਦੇ ਵਿੱਚ ਹੀ ਰਹਾਂਗੇ। ਫਿਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਵੇਂ ਸਰਹੰਦ ਘੇਰੀ ਸੀਗੀ, ਉਹ ਨਜ਼ਾਰਾ ਪੂਰਾ ਪੇਸ਼ ਹੋ ਰਿਹਾ ਵੀ ਦਿੱਲੀ ਨੂੰ ਇਸ ਵੇਲੇ ਪੰਜਾਬੀਆਂ ਨੇ ਘੇਰਿਆ ਪਿਆ। ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਜੋਸ਼ ਆ, ਉਹ ਇੰਜ ਲੱਗਦਾ ਵੀ ਲਾਹੌਰ ਤੋਂ ਮਹਾਰਾਜੇ ਨੇ ਇਹਨਾਂ ਲਈ ਮੇਵੇ ਔਰ ਬਦਾਮ ਗਿਰੀਆਂ ਭੇਜੀਆਂ ਆ ਤੇ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਘਾਟ ਨਹੀਂ ਆਉਣ ਦੇਣੀ ਆ। ਇਹੋ ਜਿਹਾ ਨਜ਼ਾਰਾ ਜਿਹੜਾ ਪੇਸ਼ ਹੋ ਰਿਹਾ, ਇਹ ਲੱਗਦਾ ਨਹੀਂ ਵੀ ਤੁਹਾਨੂੰ ਜਿਹੜਾ ਪਿਛਲਾ ਟੈਗ ਕਿਸੇ ਨੇ ਲਾਇਆ ਹੋਊਗਾ, ਉਹ ਇੱਕ ਸਿਆਸੀ ਮੰਤਵ ਲਈ ਲਾਇਆ ਸੀਗਾ, ਜੋ ਹੁਣ ਇਸ ਵੇਲੇ ਸਾਰਾ ਹੀ ਤਕਰੀਬਨ 100% ਧੋ ਦਿੱਤਾ ਗਿਆ ਹੈ, ਜਿਹਦੀ ਗੂੰਜ ਕੇਵਲ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੌਜਵਾਨਾਂ ਦੀ ਨਹੀਂ, ਦਿੱਲੀ ਤੋਂ ਪਾਰ ਚਾਹੇ ਦੱਖਣ ਵੱਲ ਨੂੰ ਚੱਲ ਜਾਈਏ ਕੇਰਲ, ਕਰਨਾਟਕ, ਚਾਹੇ ਪੱਛਮ ਵੱਲ ਨੂੰ ਚੱਲ ਜਾਈਏ
ਪੂਰਬ ਵੱਲ ਨੂੰ ਚਲ ਜਾਈਏ, ਅਸਾਮ, ਬੰਗਾਲ, ਉੱਥੋਂ ਤੱਕ ਗੂੰਜ ਰਹੀ ਆ। ਤੇ 7 ਸਮੁੰਦਰੋਂ ਪਾਰ ਤੁਸੀਂ ਦੇਖੋ ਅਮਰੀਕਾ, ਕੈਨੇਡਾ, ਇੰਗਲੈਂਡ, ਇੱਧਰੋਂ ਚਲ ਜਾਓ ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਇਸ ਵੇਲੇ ਪੂਰਾ ਕਿਸਾਨਾਂ ਦਾ ਬੋਲਬਾਲਾ ਹੈ ਔਰ ਹਰੇਕ ਪਾਸੇ ਇਹਨਾਂ ਦੇ ਸਮਰਥਨ ਦੇ ਵਿੱਚ ਪੂਰੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਹ ਗੱਲ ਤਾਂ ਬਿਲਕੁਲ ਸਹੀ ਆ ਕਿ ਬੱਚੇ ਕੀ ਬਜ਼ੁਰਗ ਕੀ ਦੇਸ਼ ਤੇ ਕੀ ਵਿਦੇਸ਼ ਹਰ ਬੰਦਾ ਇਹਨਾਂ ਦਾ ਸਮਰਥਨ ਕਰ ਰਿਹਾ। ਛੋਟੇ ਛੋਟੇ ਬੱਚੇ ਵਿਦੇਸ਼ਾਂ 'ਚ ਬੈਠੇ ਕੋਈ ਡਰਾਇੰਗ ਕਰਕੇ ਆਪਣੇ ਮਨੋਭਾਵ ਦੱਸ ਰਿਹਾ ਜੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੇ ਲੰਗਰ ਤਾਂ ਕੀ ਬਦਾਮ ਖੋਏ ਦੀਆਂ ਪਿੰਨੀਆਂ ਬਣ ਕੇ ਉੱਥੇ ਕੁਇੰਟਲਾਂ ਦੀਆਂ ਕੁਇੰਟਲ ਜਾ ਰਹੇ ਨੇ। ਇਹ ਗੱਲ ਉਹਨਾਂ ਨੂੰ ਪਰੇਸ਼ਾਨ ਕਰਨ ਵਾਲੀ ਆ ਵੀ ਇਹ ਇੰਨਾ ਸਮਾਂ ਟਿਕ ਨਹੀਂ ਸਕਦੇ, ਕਿਉਂਕਿ ਇਹਨਾਂ ਨੂੰ ਸੀਗਾ ਵੀ 2 ਮਹੀਨੇ ਸ਼ਾਹੀਨ ਬਾਗ ਬੈਠਾ ਰਿਹਾ। ਉਹਨਾਂ ਨੂੰ ਬਹੁਤਾ ਨਹੀਂ ਉਹਨਾਂ ਨੇ ਤਵੱਜੋ ਦਿੱਤੀ ਸੀਗੀ, ਨਾ ਹੀ ਮੀਟਿੰਗ ਕਰਦਾ। ਉਹ ਕਹਿੰਦੇ ਰਹੇ ਵੀ ਸਾਡੇ ਨਾਲ ਗੱਲ ਕਰੋ, ਅਸੀਂ ਇਹਦੇ ਬਾਰੇ ਗੱਲ ਕਰਨੀ, CAA ਬਾਰੇ, NRC ਬਾਰੇ, ਪਰ ਸਰਕਾਰ ਨੇ ਕੋਈ ਤਵੱਜੋ ਨਹੀਂ ਦਿੱਤੀ। ਉਹ ਆਪਣੇ ਆਪ ਹੌਲੀ ਹੌਲੀ 2 ਮਹੀਨੇ 3 ਮਹੀਨੇ ਹੋਏ, ਬਾਅਦ ਚ ਕਰੋਨਾ ਆ ਗਿਆ, ਕਰੋਨਾ ਦੀ ਆੜ ਦੇ ਵਿੱਚ ਉਹ ਚੁੱਕ ਦਿੱਤਾ ਗਿਆ। ਪਰ ਕਰੋਨਾ ਅੱਜ ਵੀ ਹੈਗਾ, ਪਰ ਉਹਦੇ ਆੜ ਦੇ ਵਿੱਚ ਅੱਜ ਵੀ ਰੌਲਾ ਪਾਉਣ ਡਏ ਆ। ਮੈਂ ਪਿਛਲੇ 2 ਦਿਨ ਪਹਿਲਾਂ ਮੈਨੂੰ ਪਤਾ ਲੱਗਾ ਇੱਕ ਭਾਜਪਾ ਦੇ ਸੀਨੀਅਰ ਆਗੂ ਨੇ ਚਿੱਠੀ ਲਿਖੀ ਆ ਪ੍ਰਧਾਨ ਮੰਤਰੀ ਨੂੰ ਵੀ ਤੇ ਨਾਲ ਗ੍ਰਹਿ ਮੰਤਰੀ ਨੂੰ ਪਈ ਹੁਣ ਇਸ ਵੇਲੇ ਜਿਹੜਾ ਕਰੋਨਾ ਦਾ ਦੌਰ ਜਿਹੜਾ ਬੜਾ ਵੱਡੇ ਪੱਧਰ ਤੇ ਫੈਲ ਰਿਹਾ ਆ, ਇਹ ਕਾਬੂ ਨਹੀਂ ਤੁਹਾਡੇ ਆ ਰਿਹਾ। ਰਾਜਧਾਨੀ ਦੇ ਵਿੱਚ ਜਿਹੜੇ ਬਹੁਤ ਬੁਰਾ ਹਾਲ ਆ, ਸੋ ਕਿਸਾਨੀ ਅੰਦੋਲਨ ਕਿਤੇ ਕਰੋਨਾ ਨੂੰ ਹੋਰ ਹਵਾ ਨਾ ਦੇਵੇ। ਉਹ ਇਸ ਤਰੀਕੇ ਨਾਲ ਵੀ ਉਹਨਾਂ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਪਰ ਫਿਰ ਵੀ ਜੋ ਉਹਨਾਂ ਦੇ ਬੁਲੰਦ ਹੌਸਲੇ ਆ ਉਹਨਾਂ ਨੂੰ ਸਲੂਟ ਕਰਨਾ ਬਣਦਾ ਜੀ। ਹੁਣ ਵੇਲਾ ਹੋ ਗਿਆ ਜੀ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦੀ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ। ਬ੍ਰੇਕ ਤੋਂ ਬਾਅਦ ਸਵਾਗਤ ਹੈ, ਵਾਪਸੀ ਕਰਦੇ ਹਾਂ ਪ੍ਰੋਗਰਾਮ ਵਿਚਾਰ ਚਰਚਾ ਦੀ। ਗੱਲ ਕਰ ਰਹੇ ਸੀ ਕਿਸਾਨਾਂ ਦੇ ਜੋਸ਼ ਦੀ, ਕਿਸਾਨਾਂ ਦੇ ਬੁਲੰਦ ਹੌਸਲਿਆਂ ਦੀ, ਪਰ ਸਰ ਇਹਦੇ ਨਾਲ ਇੱਕ ਗੱਲ ਹੋਰ ਵੀ ਜੁੜੀ ਹੋਈ ਹੈ। ਜਿਵੇਂ ਜੈ ਜਵਾਨ ਜੈ ਕਿਸਾਨ ਦਾ ਜਿਹੜਾ ਨਾਰਾ ਆ, ਸਰਕਾਰ ਨੇ ਉਹਦੀ ਰੂਪਰੇਖਾ ਹੀ ਬਦਲ ਦਿੱਤੀ ਹੈ। ਜਵਾਨ ਕਿਸਾਨਾਂ ਦੇ ਸਾਹਮਣੇ ਖੜੇ ਕਰ ਦਿੱਤੇ ਨੇ, ਉਹ ਵੀ ਡੰਡੇ ਹੱਥ ਵਿੱਚ ਫੜਾ ਕੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਤੁਹਾਡੀ ਗੱਲ ਬਿਲਕੁਲ ਸਹੀ ਆ, ਪਰ ਮੈਂ ਆਪਣੀ ਪਿਛਲੀ ਗੱਲ ਨੂੰ ਥੋੜਾ ਜਿਹਾ ਅੱਗੇ ਜੋੜਾਂ ਕਿ ਅਸੀਂ ਗੱਲ ਕਰਦੇ ਹਾਂ ਸਿਰਫ ਪੰਜਾਬ ਦੀ। ਉੱਥੇ ਸਿਰਫ ਪੰਜਾਬ ਨਹੀਂ ਆ ਜੀ, ਬਹੁਤ ਸਾਰੀਆਂ ਸਟੇਟਾਂ ਦੇ ਲੋਕ ਉੱਥੇ ਹੋਰ ਵੀ ਸ਼ਾਮਲ ਨੇ। ਬਹੁਤ ਸਾਰੇ ਇਹੋ ਜਿਹੇ ਨੇ ਵੀ ਜਿਨ੍ਹਾਂ ਨੂੰ ਸਾਨੂੰ ਪੁੱਛਣਾ ਪੈਂਦਾ ਕਿ ਬਾਈ ਤੁਸੀਂ ਆਏ ਕਿੱਥੋਂ, ਕਿਉਂਕਿ ਉਹਨਾਂ ਦੀ ਭਾਸ਼ਾ ਸਾਨੂੰ ਸਮਝ ਨਹੀਂ ਆਉਂਦੀ। ਤੇ ਇਹ ਤਾਂ ਪਹਿਲੀ ਇੱਕ ਗੱਲ ਆ ਕਿ ਉੱਥੇ ਪੰਜਾਬ ਨਹੀਂ ਹੈਗਾ, ਬਹੁਤ ਸਾਰੀਆਂ ਸਟੇਟਾਂ ਦੇ ਲੋਕ ਨੇ। ਜਿਹੜੀਆਂ ਸਾਡੀਆਂ ਮੀਟਿੰਗਸ ਵੀ ਹੋ ਰਹੀਆਂ ਕਿਸਾਨੀ ਸੰਗਠਨ ਦੀਆਂ, ਉਹਦੇ ਵਿੱਚ ਵੀ ਹੁਣ ਸਾਰੀ ਭਾਰਤ ਦੀਆਂ ਜਿਹੜੀਆਂ ਜਥੇਬੰਦੀਆਂ ਸ਼ਾਮਲ ਨੇ। ਪਿਛਲੀ ਵਾਰ ਦੀ ਮੀਟਿੰਗ 'ਚ ਜੇ ਮੈਂ ਗਲਤ ਨਹੀਂ ਤਾਂ 41 ਲੋਕ ਸੀਗੇ, ਜਿਹਦੇ 'ਚ 32 ਜਾਂ 31 ਸਾਡੇ ਆਪਣੀ ਪੰਜਾਬ ਦੀ ਜਥੇਬੰਦੀਆਂ ਸੀ, ਬਾਕੀ ਵੱਖਰੇ ਵੱਖਰੇ ਸਟੇਟਾਂ ਦੀਆਂ। ਹੁਣ ਤੁਸੀਂ ਗੱਲ ਕੀਤੀ ਆ ਕਿਸਾਨਾਂ ਨੂੰ ਜਵਾਨਾਂ ਦੇ ਖਿਲਾਫ ਖੜੇ ਕਰ ਦੇਣਾ ਜਾਂ ਜਵਾਨਾਂ ਨੂੰ ਕਿਸਾਨਾਂ ਦੇ ਸਾਹਮਣੇ ਖੜੇ ਕਰ ਦੇਣਾ। ਸਰਕਾਰ ਕੋਲ ਇੱਕ ਗੱਲ ਹੈਗੀ ਆ ਕਿ ਲਾਅ ਐਂਡ ਆਰਡਰ ਲਈ ਅਸੀਂ ਇਹਨਾਂ ਲੋਕਾਂ ਨੂੰ ਇਕੱਠੇ ਕੀਤਾ ਤੇ ਇਹਨਾਂ ਲੋਕਾਂ ਨੂੰ ਉਹਨਾਂ ਦੀ ਸਿਕਿਉਰਿਟੀ ਲਈ ਲਾਇਆ ਜਾਂ ਇਸ ਚੀਜ਼ ਨੂੰ ਰੋਕਣ ਲਈ ਲਾਇਆ। ਇਸ ਬਾਰੇ ਅਸੀਂ ਬਹੁਤ ਵਾਰ ਆਪਣੇ ਪ੍ਰੋਗਰਾਮ 'ਚ ਪਹਿਲਾਂ ਗੱਲ ਕਰ ਚੁੱਕੇ ਹਾਂ। ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਉਦੋਂ ਵੀ ਸ਼ਾਂਤਮਈ ਸੀ, ਜਿੰਨੀ ਦੇਰ ਪੰਜਾਬ 'ਚ ਬੈਠ ਰਹੇ ਉਦੋਂ ਵੀ ਸ਼ਾਂਤਮਈ ਹੋਇਆ। ਇਸ ਅੰਦੋਲਨ ਨੂੰ ਪਹਿਲੀ ਜਿਹੜੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹਰਿਆਣਾ ਬਾਰਡਰ ਤੇ, ਉੱਥੇ ਕੀ ਕੁਝ ਹੋਇਆ ਤੇ ਕਿੱਦਾਂ ਅਸੀਂ ਦਿੱਲੀ ਪਹੁੰਚੇ ਹਾਂ, ਉਹ ਸਾਰਿਆਂ ਦੇ ਸਾਹਮਣੇ ਅਸੀਂ ਉਹ ਬਹੁਤ ਕੁਝ ਦੇਖਿਆ। ਉਹਦੇ ਲਈ ਹਰਿਆਣਾ ਸਰਕਾਰ ਦੀ ਜਿੰਨੀ ਫਜੀਤ ਹੋ ਰਹੀ ਆ, ਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੋਵੇਗੀ ਜੇ ਹਰਿਆਣਾ ਦੀ ਸਰਕਾਰ ਵੀ ਡਿੱਗ ਜਾਏ। ਉੱਥੇ ਦੇ ਜਿਹੜੇ ਲੋਕਾਂ ਨੇ ਬਹੁਤ ਖਿੱਚ ਕੇ ਦਬਾਅ ਬਣਾਇਆ ਹੋਇਆ ਉਹਨਾਂ ਦੇ ਲੋਕਲ MLA ਦੇ ਉੱਤੇ, ਤੇ ਅਸੀਂ ਜਾਣਦੇ ਹਾਂ ਕਿ ਉੱਥੇ ਦੀਆਂ ਜਿਹੜੀਆਂ ਖਾਪ ਪੰਚਾਇਤਾਂ ਆ ਉਹ ਬਹੁਤ ਸਟਰੋਂਗਲੀ ਉਸ ਚੀਜ਼ ਨੂੰ ਡਰਾਈਵ ਕਰਦੀਆਂ ਆ, ਆਪਣੀ ਸਟੇਟ ਦੀ ਪੋਲਿਟਿਕਸ ਨੂੰ ਵੀ ਤੇ ਵੋਟ ਰਾਜਨੀਤੀ ਨੂੰ ਵੀ, ਤੇ ਆਪਣੇ ਲੋਕ ਵੀ ਉਹਨਾਂ ਦੇ ਨਾਲ ਜੁੜੇ ਹੋਏ ਨੇ। ਉੱਥੋਂ ਦੇ ਲੋਕ ਤਾਂ ਸਰਕਾਰ ਦੇ ਖਿਲਾਫ ਹੋਏ ਨੇ। ਮੰਤਰੀ ਨੇ ਬਿਆਨ ਦਿੱਤਾ ਕਿ ਮੇਰੇ ਕਿਸਾਨ ਮੇਰੇ ਰਾਜ ਦੇ ਕਿਸਾਨ ਨਹੀਂ ਹੈਗੇ, ਤੇ ਕਿਸਾਨ ਉੱਭਰ ਕੇ ਬਾਹਰ ਆਏ ਵੀ ਅਸੀਂ ਨਾਲ ਹੀ ਸੀ, ਅਸੀਂ ਆ ਜਿਨ੍ਹਾਂ ਨੇ ਬੈਰੀਕੇਡ ਤੋੜ ਕੇ ਉਹਨਾਂ ਨੂੰ ਅੱਗੇ ਲੰਘਾਇਆ ਔਰ ਅਸੀਂ ਨਾਲ ਵੀ ਜਾ ਰਹੇ ਹਾਂ। ਬਿਲਕੁਲ। ਕਈ ਵਾਰ ਨਾ ਜੀ ਅਸੀਂ ਸੱਤਾ ਦੇ ਨਸ਼ੇ ਦੇ ਵਿੱਚ ਜਦੋਂ ਅਸੀਂ ਐਨਕਾਂ ਸੱਤਾ ਦੀਆਂ ਲਾ ਕੇ ਦੇਖਦੇ ਫਿਰ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਕੌਣ ਆ ਤੇ ਦੂਜਾ ਕੌਣ ਹੈ। ਅਸੀਂ ਇਸੇ ਸਰਕਾਰ ਦੀ ਗੱਲ ਕਰੀਏ ਜੇ BJP ਦੀ ਸਰਕਾਰ ਦੀ, ਤੇ ਇਹ ਬਹੁਤ ਦੇਰ ਤੋਂ ਹਿੰਦੁਸਤਾਨ ਨੂੰ ਸਿਰਫ ਇੱਕ ਖਾਸ ਤਰ੍ਹਾਂ ਦੇ ਚਸ਼ਮੇ ਨਾਲ ਦੇਖ ਰਹੇ ਆ ਤੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਪਰ ਉੱਥੇ ਜਦੋਂ ਅਸੀਂ ਜਾ ਕੇ ਦੇਖਦੇ ਹਾਂ ਤੇ ਉੱਥੇ ਪੂਰੇ ਦਾ ਪੂਰਾ ਹਿੰਦੁਸਤਾਨ ਇਸ ਸਰਕਾਰ ਦੇ ਖਿਲਾਫ ਖੜਾ ਹੈ, ਉਹ ਭਾਰਤ ਦੇ ਖਿਲਾਫ ਕੋਈ ਨਹੀਂ ਹੈਗਾ। ਤੁਸੀਂ ਗੱਲ ਕੀਤੀ ਸੀ ਕਿਸਾਨਾਂ ਦੀ ਤੇ ਜਵਾਨਾਂ ਦੀ, ਉੱਥੇ ਜਿਹੜਾ ਇੱਕ ਨਜ਼ਾਰਾ ਸਾਨੂੰ ਕੱਲ ਦੇਖਣ ਨੂੰ ਮਿਲਿਆ, ਉੱਥੇ ਐਕਸ ਆਰਮੀ ਮੈਨ ਕੋਈ ਇੱਕ ਬਟਾਲੀਅਨ ਸੀ ਉਹਨਾਂ ਦੀ, ਜਿਹਦੇ ਵਿੱਚ ਬਹੁਤ ਸਾਰੇ ਲੋਕ ਸੀਗੇ, ਬੜਾ ਵੱਡਾ ਇਕੱਠ ਸੀ ਉਹਨਾਂ ਦਾ। ਉਹ ਆਪਣੀਆਂ ਵਰਦੀਆਂ 'ਚ ਸੀ ਤੇ ਉਹਨਾਂ ਦੀਆਂ ਜਿਹੜੀਆਂ ਛਾਤੀਆਂ ਸੀ ਉਹ ਮੈਡਲ ਦੇ ਨਾਲ ਭਰੀਆਂ ਹੋਈਆਂ ਸੀ।
ਤੇ ਫਿਰ ਸਾਨੂੰ ਲੱਗਦਾ ਸੀਗਾ ਕਿ ਇਹ ਉਹ ਲੋਕ ਨੇ ਜਿਹੜੇ ਕਦੀ ਦੇਸ਼ ਲਈ ਲੜਦੇ ਸੀ ਤੇ ਅੱਜ ਇਹਨਾਂ ਨੂੰ ਆਪਣੀਆਂ ਹੀ ਸਰਕਾਰਾਂ ਦੇ ਖਿਲਾਫ ਉਹ ਜਿਹੜਾ ਮਾਰਚ ਕੱਢਣਾ ਪੈ ਰਿਹਾ। ਅਸੀਂ ਕਦੇ ਨਹੀਂ ਦੇਖਿਆ ਕਿ ਫੌਜ ਜਿਹੜੀ ਆ ਜਾਂ ਸਾਡੀਆਂ ਜਿਹੜੀਆਂ ਵਰਦੀ ਵਾਲੀਆਂ ਫੋਰਸਸ ਨੇ ਉਹ ਕਿਸੇ ਚੀਜ਼ ਦੇ ਖਿਲਾਫ ਹੋ ਕੇ ਖੜੀਆਂ ਹੋਣ, ਉਹ ਕਦੇ ਧਰਨੇ ਪ੍ਰਦਰਸ਼ਨ ਜਾਂ ਇਹੋ ਜਿਹਾ ਕੰਮ ਨਹੀਂ ਕਰਦੀਆਂ, ਕਿਉਂਕਿ ਜਿਹੜੀਆਂ ਸਿਵਿਲਨਸ ਹੈ ਉਹ ਕਰ ਸਕਦੇ ਆ, ਜਿਹੜੇ ਆਰਮੀ ਮੈਨ ਨੇ ਜਾਂ ਫੋਰਸਸ ਨੇ ਉਹ ਜਿਹਾ ਨਹੀਂ ਕਰਦੀਆਂ। ਪਰ ਕਿਉਂ ਜੋ ਉਹ ਬੰਦੇ ਰਿਟਾਇਰ ਸੀ, ਇਸ ਕਰਕੇ ਉਹ ਆਪਣੀ ਚੀਜ਼ ਨੂੰ ਬੜੇ ਵੱਡੇ ਤਰੀਕੇ ਦੇ ਨਾਲ ਦੱਸ ਰਹੇ ਸੀ। ਤੇ ਜਦੋਂ ਸਟੇਜ ਤੋਂ ਉਹਨਾਂ ਦੇ ਨਾਮ ਲਏ ਗਏ, ਕੋਈ ਕਰਨਲ ਸੀ, ਕੋਈ ਬ੍ਰਿਗੇਡੀਅਰ ਸੀ ਤੇ ਕੋਈ ਮੇਜਰ ਸੀ ਤੇ ਹੋਰ ਸੀ। ਹਾਲਾਂਕਿ ਫੋਰਸਸ ਲਾਈ ਗਈ ਆ। ਕੱਲ ਅਸੀਂ ਟਿੱਕਰੀ ਬਾਰਡਰ ਤੇ ਵੀ ਗਏ ਸੀ, ਦੂਜੇ ਪਾਸੇ ਵੀ ਜਾ ਕੇ ਦੇਖਿਆ, ਉੱਥੇ ਵੀ ਹਰਿਆਣਾ ਤੋਂ ਤੇ ਮਾਲਵਾ ਤੋਂ ਬਹੁਤ ਵੱਡੀ ਗਿਣਤੀ 'ਚ ਕਿਸਾਨ ਨੇ। ਦੋਨੋਂ ਪਾਸੇ ਇੱਕੋ ਜਿਹੀ ਗਿਣਤੀ ਨਹੀਂ ਲੋਕਾਂ ਦੀ, ਉਨੇ ਹੀ ਟਰੈਕਟਰ ਟਰਾਲੀਆਂ ਉਧਰ ਨੇ, ਉਨੇ ਹੀ ਉਧਰ ਨੇ। ਤੇ ਬੜੇ ਸੱਭਿਅਕ ਤਰੀਕੇ ਨਾਲ ਲੋਕ ਬੈਠੇ ਨੇ, ਕੁਰਸੀਆਂ ਲਾਈਆਂ ਹੋਈਆਂ ਇਹਨਾਂ ਨੇ, ਬਹੁਤ ਸਾਰੇ ਲੋਕਾਂ ਨਾਲ ਗੱਲਾਂ ਹੋਈਆਂ। ਫੋਰਸਸ ਨੂੰ ਸਾਨੂੰ ਮਿਲਣ ਦਾ ਮੌਕਾ ਮਿਲਿਆ, ਹਾਲਾਂਕਿ ਉਹ ਡਿਪਲੋਏ ਜ਼ਰੂਰ ਕੀਤੇ ਗਏ ਨੇ, ਪਰ ਉਹਨਾਂ ਦੇ ਚਿਹਰੇ ਤੇ ਉਹਨਾਂ ਦੇ ਹਾਵ ਭਾਵ ਦੱਸਦੇ ਨੇ ਕਿ ਉਹ ਮਜਬੂਰੀ ਦੇ ਬਸ ਜੇ ਆਪਣੀ ਨੌਕਰੀ ਲਈ ਖੜੇ ਨੇ। ਉਹ ਕਿਸੇ ਵੀ ਐਕਸ਼ਨ ਨੂੰ ਅੰਜਾਮ ਦੇਣ ਲਈ ਬਿਲਕੁਲ ਨਹੀਂ ਉਹ ਚਾਹੁੰਦੇ, ਦਿਲੋਂ ਨਹੀਂ ਚਾਹੁੰਦੇ। ਬਿਲਕੁਲ ਜੀ। ਇਸ ਅੰਦੋਲਨ ਵਿੱਚ ਬਹੁਤ ਕੁਝ ਐਸਾ ਹੋ ਰਿਹਾ ਜਿਹੜਾ ਅਸੀਂ ਪਹਿਲੀ ਵਾਰੀ ਦੇਖਿਆ। ਬਿਲਕੁਲ ਜੀ। ਸ਼ੇਰਗਿੱਲ ਜੀ, ਤੁਹਾਡੇ ਵੱਲ ਰੁਕ ਕਰਾਂਗੇ, ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਦੇਖੋ ਜੀ, ਇਹਨੂੰ ਬਹੁਤ ਤਰ੍ਹਾਂ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਆ, ਚਾਹੇ ਜਵਾਨਾਂ ਦੇ ਨਾਲ ਕਹਿ ਲਓ ਤੇ ਚਾਹੇ ਉਹ ਕਿਸਾਨਾਂ ਨੂੰ ਲੈ ਕੇ ਕਹਿ ਲਓ। ਪਰ ਜਦੋਂ ਉੱਥੇ ਬੰਦੇ ਜਿਹੜੇ ਗਏ ਆ ਨਾ, ਉਹਨਾਂ ਨੂੰ ਜੇ ਸੁਰੱਖਿਆ ਬਲਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨਾ, ਬਈ ਯਾਰ ਤੁਸੀਂ ਤੁਹਾਡੇ ਚੋਂ ਹੀ ਨਿਕਲ ਕੇ ਗਏ ਬੰਦੇ, ਤੁਸੀਂ ਵੀ ਕਿਸੇ ਕਿਸਾਨ ਦੇ, ਕਿਸੇ ਤੁਹਾਡੇ ਦੂਰ ਨੇੜੇ ਥੋੜਾ ਬਹੁਤ ਸੰਬੰਧ ਤਾਂ ਹੋਊਗਾ ਕਿਸਾਨਾਂ ਨਾਲ, ਤੁਸੀਂ ਜਿਹੜਾ ਰੋਜ਼ ਖਾਣਾ ਖਾਂਦੇ ਆ ਉਹ ਇਹਨਾਂ ਕਿਸਾਨਾਂ ਦੀ ਬੀਜੀ ਹੋਈ ਫਸਲ ਦੇ ਵਿੱਚੋਂ ਹੀ ਆਉਂਦਾ ਆ। ਤੇ ਉਹਨਾਂ ਦੇ ਜਿਹੜੇ ਦੇਖਣ ਵਾਲੇ ਸੀ, ਗੱਲਬਾਤ ਕਰਦਿਆਂ ਦੇ ਹਾਵ ਭਾਵ ਸੀ ਨਾ, ਉਹ ਬਿਲਕੁਲ ਮਜਬੂਰ ਲੱਗਦੇ ਸੀ, ਜਿਵੇਂ ਦੱਸਿਆ ਗਿਆ ਆ ਵੀ ਉਹ ਕਹਿੰਦੇ ਵੀ ਅਸੀਂ ਤਾਂ ਆਪਣੀ ਡਿਊਟੀ ਕਰਦੇ ਆ। ਔਰ ਤੁਸੀਂ ਉਹ ਤੋਂ ਬਾਅਦ ਇਹ ਵੀ ਦੇਖਿਆ ਹੋਣਾ ਵੀ ਜੇ ਲੰਗਰ ਵਰਤਾਇਆ ਤੇ ਉਹਨਾਂ ਜਵਾਨਾਂ ਨੂੰ ਬਰਾਬਰ ਦਾ ਲੰਗਰ ਵਰਤਾਇਆ। ਮੈਂ ਤਾਂ ਇੱਕ ਦਿਨ ਇੱਕ ਤਸਵੀਰ ਇਹ ਵੀ ਦੇਖੀ ਆ ਵੀ ਪੁਲਿਸ ਵਾਲਾ ਖੁਦ ਵਰਦੀ ਦੇ ਵਿੱਚ ਟੋਕਰੀ ਚੁੱਕੀ ਪ੍ਰਸ਼ਾਦੇ ਵੰਡਣ ਡਿਆ ਸੀਗਾ। ਸੋ ਉਹਨਾਂ ਦੇ ਵਿੱਚ ਵੀ ਇਹ ਜਜ਼ਬਾ ਹੈਗਾ ਆ, ਪਰ ਉਹਨਾਂ ਦੀਆਂ ਮਜਬੂਰੀਆਂ, ਡਿਊਟੀ ਦੇ ਪਾਬੰਦ ਆ ਉਹ। ਤੇ ਉਹ ਇਹ ਆ ਵੀ ਜਿੱਥੇ ਲੂਣ ਖਾਦਾ ਉੱਥੇ ਹਰਾਮ ਨਹੀਂ ਕਰੀਦਾ, ਤਾਂ ਉਹ ਇੱਕ ਕਿਸਮ ਨਾਲ ਸਰਕਾਰ ਦੇ ਨਾਲ ਪਾਬੰਦ ਆ। ਵੱਖਰੀ ਗੱਲ ਆ ਵੀ ਉਹ ਇੱਥੇ ਕਿਸਾਨਾਂ ਨੂੰ ਰੋਕ ਰਹੇ ਆ, ਤੇ ਸਾਡੇ ਜਿਹੜੇ ਕਿਸਾਨ ਬਾਰਡਰ ਤੇ ਇਹਨਾਂ ਦੇ ਨਾਲ, ਇਹਨਾਂ ਦੇ ਹੱਕ ਡਾ ਕੇ ਮੂਹਰੇ ਖੜੇ ਆ, ਉਹਨਾਂ ਦੇ ਜਿਹੜੇ ਨੌਜਵਾਨ ਪੁੱਤਰ ਆ ਉਹ ਸਾਡੇ ਦੇਸ਼ ਦੀ ਰਾਖੀ ਕਰ ਰਹੇ ਆ। ਸੋ ਇਹਨਾਂ ਦਾ ਜਿਹੜਾ ਇਹ ਨਜ਼ਰੀਆ ਜਿਹੜਾ ਪੇਸ਼ ਕੀਤਾ ਗਿਆ, ਇਹ ਬਿਲਕੁਲ ਗਲਤ ਹੈ। ਇਸੇ ਕਰਕੇ ਇਹਨਾਂ ਦੀ ਵੱਡੇ ਪੱਧਰ ਤੇ ਨਿੰਦਾ ਹੋਈ ਆ ਵੀ ਇਹ ਚਾਹੀਦਾ ਨਹੀਂ ਸੀ ਜਿਸ ਤਰੀਕੇ ਨਾਲ ਇਹਨਾਂ ਨੂੰ ਰਸਤੇ ਵਿੱਚ ਰੋਕਾਂ ਲਾ ਕੇ, ਬੈਰੀਕੇਡ ਲਾ ਕੇ ਉਹ ਰਸਤੇ ਤੋੜ ਕੇ ਇਹਨਾਂ ਨੂੰ ਜਿਹੜਾ ਲੰਘਣ ਦਿੱਤਾ। ਇਹ ਬਹੁਤ ਹੀ ਮਾੜਾ ਤਰੀਕਾ ਸੀਗਾ, ਜਿਹਨੂੰ ਲੈ ਕੇ ਇਹ ਰੋਸ ਇੱਥੋਂ ਤੱਕ ਨਹੀਂ ਸੀ ਪਹੁੰਚਣਾ। ਉਹ ਰੋਸ ਇਹਨਾਂ ਨੇ ਮਜਬੂਰ ਕਰਤਾ ਉਭਰਨ ਲਈ, ਔਰ ਉਹ ਇਸ ਕਦਰ ਉੱਭਰ ਗਿਆ ਜਿਹਦੀ ਆਸ, ਜਿਹਦਾ ਕਿਆਸ ਸਰਕਾਰ ਨੂੰ ਵੀ ਨਹੀਂ ਸੀ ਵੀ ਇਹ ਇਸ ਤਰੀਕੇ ਨਾਲ ਇੱਥੋਂ ਤੱਕ ਪਹੁੰਚੂਗਾ, ਵੀ ਸਾਡੇ ਬਾਰਡਰ ਤੇ ਆ ਕੇ ਸਾਨੂੰ ਇਸ ਤਰੀਕੇ ਨਾਲ ਲਲਕਾਰੇ ਮਾਰੇ ਜਾਣਗੇ। ਖੈਰ, ਉਹਨਾਂ ਦਾ ਜਿਹੜਾ ਸ਼ਾਂਤੀਪੂਰਨ ਤਰੀਕੇ ਦਾ ਜਿਹੜਾ ਚੱਲ ਰਿਹਾ ਉਹ ਆਪਣੇ ਆਪ 'ਚ ਕਾਬਿਲੇ ਤਾਰੀਫ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਨਹੀਂ ਵੀ ਇਹ ਸਰਕਾਰ ਕਿਸੇ ਬੰਨੇ ਕੰਡੇ ਲੱਗੇ, ਕਿਉਂਕਿ ਜਿਸ ਤਰੀਕੇ ਨਾਲ ਦੌਰ ਚੱਲਣ ਡਿਆ ਕਿ ਕਿਸਾਨ ਵੀ ਆਪਣੇ ਅੜੀ ਤੇ ਤਾਂ ਨਾ ਕਹੀਏ, ਪਰ ਉਹਨਾਂ ਦਾ ਜਿਹੜਾ ਹੱਕ ਜਿਹੜਾ ਆ, ਅਧਿਕਾਰ ਆ, ਉਹਦੇ ਤਾਂ ਜ਼ਰੂਰ ਅੜੇ ਆ। ਵੀ ਅਸੀਂ ਜਿਸ ਕੰਮ ਨੂੰ ਲੈ ਕੇ ਤੁਰੇ ਸੀਗੇ ਪਹਿਲਾਂ ਤੋਂ, ਅੱਜ ਤੋਂ 2-2.5 ਮਹੀਨੇ ਚੱਲੇ ਸੀਗੇ, ਅਸੀਂ ਉਸੇ ਤੇ ਹੀ ਖੜੇ ਆ, ਨਾ ਉਹ ਤੋਂ ਵਧਿਆ ਤੇ ਨਾ ਘਟਿਆ। ਤੇ ਸਰਕਾਰਾਂ ਦਾ ਕੰਮ ਆ ਜਿਹੜਾ ਪਹਿਲਾਂ ਕਦੇ ਕਹਿੰਦੀ ਨਹੀਂ ਸੀ ਵੀ ਅਸੀਂ ਸੋਧ ਵੀ ਨਹੀਂ ਕਰਨੀ, ਕਾਨੂੰਨ ਵਾਪਸ ਲੈਣ ਦੀ ਗੱਲ ਤਾਂ ਵੱਖਰੀ ਆ। ਤੇ ਜੇ ਹੁਣ ਸੋਧ ਨੂੰ ਮੰਨ ਗਈ ਆ ਤੇ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਲੱਗਾ ਹੀ ਹੋਊਗਾ ਵੀ ਅਸੀਂ ਗਲਤ ਬਣਾ ਲਿਆ। ਸੋਧ ਤਾਂ ਉਸੇ ਚੀਜ਼ ਨੂੰ ਹੁੰਦੀ ਹੈ ਜਿੱਥੇ ਗਲਤੀ ਕੀਤੀ ਹੋਵੇ। ਤੇ ਜੇ ਹੁਣ ਉਹ ਅੱਜ 2.5-3 ਮਹੀਨਿਆਂ ਬਾਅਦ ਮੰਨਦੀ ਆ ਵੀ ਅਸੀਂ ਸੋਧ ਨੂੰ ਤਿਆਰ ਆ, ਤਾਂ ਉਹਨਾਂ ਨੂੰ ਪਹਿਲਾਂ ਕਿਉਂ ਨਹੀਂ ਮਾਹਰਾਂ ਦੇ ਕੋਲ ਜਾ ਕੇ ਪੁੱਛਿਆ ਗਿਆ ਵੀ ਅਸੀਂ ਜੋ ਚੀਜ਼ ਬਣਾ ਰਹੇ ਆ ਇਹ ਗਲਤ ਹੋਊਗੀ ਕਿ ਸਹੀ ਹੋਊਗੀ। ਤੇ ਹੁਣ ਜੇ ਉਹਨਾਂ ਨੇ ਸੋਧ ਦੀ ਗੱਲ ਕੀਤੀ ਤਾਂ ਇਹਦਾ ਮਤਲਬ ਉਹਨਾਂ ਨੂੰ ਅਹਿਸਾਸ ਹੋ ਗਿਆ ਵੀ ਅਸੀਂ ਕੁਛ ਨਾ ਕੁਛ ਇਹਦੇ ਵਿੱਚ ਗਲਤ ਕੀਤਾ ਸੀ। ਸਰਕਾਰ ਦੇ ਅਹਿਸਾਸ ਤੋਂ ਅਸੀਂ ਅਗਲੇ ਸਵਾਲ ਵੱਲ ਜਾਂਦੇ ਆ। ਸਰਕਾਰ ਜਿਵੇਂ ਗੱਲ ਤਾਂ ਕਰਨਾ ਚਾਹੁੰਦੀ ਹੈ, ਪਰ ਲੱਗਦਾ ਹੱਲ ਨਹੀਂ ਕਰਨਾ ਚਾਹੁੰਦੀ। ਮੀਟਿੰਗਾਂ ਕਰ ਰਹੇ ਨੇ, ਸੱਦੇ ਪੱਤਰ ਦੇ ਰਹੇ ਨੇ, ਪਰ ਗੱਲ ਕਿਸੇ ਤਣ ਪੱਤਣ ਲੱਗਦੀ ਨਜ਼ਰ ਨਹੀਂ ਆਉਂਦੀ। ਹੁਣ ਜਿਹੜੀ ਅਗਲੀ ਮੀਟਿੰਗ ਹੋਣੀ ਹੈ 9 ਤਰੀਕ ਨੂੰ, ਉਹਦੇ ਬਾਰੇ ਸਾਨੂੰ ਕੁਝ ਦੱਸੋ। ਕੀ ਕਰ ਸਕਦੀ ਹੈ ਸਰਕਾਰ, ਕੀ ਉਹਦੇ ਅਗਲੇ ਸਟੈਪਸ ਹੋਣਗੇ? ਪਹਿਲੀ ਗੱਲ ਤਾਂ ਮੀਟਿੰਗਾਂ ਲਈ ਰਾਜੀ ਹੋਣਾ ਹੀ ਜਿਹੜੀ ਕਿਸਾਨਾਂ ਦੀ ਵੱਡੀ ਕਾਮਯਾਬੀ ਸੀਗੀ, ਕਿਉਂਕਿ ਇਹਨਾਂ ਨੇ 26-27 ਨਵੰਬਰ ਨੂੰ ਇੱਥੋਂ ਕੂਚ ਕੀਤਾ ਸੀਗਾ ਪੰਜਾਬ ਤੋਂ, ਔਰ ਐਲਾਨ ਮਹੀਨਾ ਪਹਿਲਾਂ ਕੀਤਾ ਹੋਇਆ ਸੀਗਾ। ਉਦੋਂ ਤੱਕ ਤਾਂ ਇਸ ਤੋਂ ਪਹਿਲਾਂ 10 ਕੁ ਦਿਨ ਪਹਿਲਾਂ 3 ਦਸੰਬਰ ਦੀ ਮੀਟਿੰਗ ਰੱਖੀ ਹੋਈ ਸੀਗੀ। ਪਰ ਜਦੋਂ ਐਡੀ ਵੱਡੀ ਗਿਣਤੀ 'ਚ ਪਹੁੰਚ ਗਏ, ਦਬਾਅ ਬਣਿਆ, ਇਹਨਾਂ ਨੇ 3 ਵਾਲੀ ਜਿਹੜੀ ਮੀਟਿੰਗ 1 ਨੂੰ ਰੱਖਦੀ ਸੀ, ਜਿਹਦੇ ਬਾਰੇ ਮਨਸ਼ਾ ਕਲੀਅਰ ਨਹੀਂ ਸੀ ਇਹਨਾਂ ਦੀ। ਮਨਸ਼ਾ ਉਹੀ ਸੀਗੀ ਵੀ ਅਸੀਂ ਕਿਸਾਨਾਂ ਕਰਕੇ ਨਹੀਂ ਕਰ ਰਹੇ ਹਾਂ। ਉਹਨਾਂ ਦਾ ਕਹਿਣਾ ਸੀ ਵੀ ਠੰਡ ਤੇ ਕਰੋਨਾ ਵੱਧ ਰਿਹਾ, ਉਹਦੇ ਕਰਕੇ ਅਸੀਂ 2 ਦਿਨ ਪਹਿਲਾਂ ਕਰ ਰਹੇ ਹਾਂ। ਪਰ ਨਿਕਲਿਆ ਕੀ, ਕੋਈ ਹੱਲ ਨਹੀਂ ਨਿਕਲਿਆ। 7 ਘੰਟੇ ਇੱਕ ਚੱਲੀ ਮੀਟਿੰਗ, 6.5 ਘੰਟੇ ਇੱਕ ਚੱਲੀ ਮੀਟਿੰਗ। ਉਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਸਾਫ਼ ਤੌਰ ਤੇ ਅੰਦਰ ਬੈਠਿਆਂ ਹੀ ਮੀਟਿੰਗ 'ਚ ਕਹਿਤਾ ਵੀ ਸਾਫ਼ ਤੇ ਪੱਧਰੀ ਗੱਲ ਆ, ਹਾਂ ਜਾਂ ਨਾ, ਇਹ ਦੋਵਾਂ 'ਚ ਇੱਕ ਚੀਜ਼ ਸਾਨੂੰ ਦੱਸ ਦਿਓ, ਨਹੀਂ ਤਾਂ ਅਸੀਂ ਚੱਲੇ ਆ। ਤੋਂ ਅੰਦਰਲੇ ਸੂਤਰਾਂ ਤੋਂ ਕਹਿ ਲਈਏ, ਚਾਹੇ ਜੋ ਬਾਹਰ ਮੀਡੀਆ 'ਚ ਰਿਪੋਰਟਾਂ ਆਈਆਂ, ਉਹ 2-3 ਵਾਰੀ
ਵਾਕਆਊਟ ਕਰ ਚੱਲੇ ਸੀਗੇ। ਪਰ ਜਦੋਂ ਇਸ ਤਰੀਕੇ ਨਾਲ ਵਾਕਆਊਟ ਕਰ ਜਾਣਾ ਤਾਂ ਸਰਕਾਰ ਦੀ ਜਿਹੜੀ ਪਹਿਲਾਂ ਹੀ ਬੁਰੀ ਤਰ੍ਹਾਂ ਘਿਰੀ ਆ ਉਹਦੀ ਆਪਣੇ ਆਪ 'ਚ ਜਿਹੜੀ ਫਜੀਹਤ ਹੋਣੀ, ਨਿੰਦਾ ਹੋਣੀ ਬਣਦੀ ਸੀ। ਤਾਂ ਉਹ ਮੰਤਰੀਆਂ ਨੇ ਅੰਦਰ ਬੈਠਿਆਂ ਨੇ ਬੜੀ ਇਹਨਾਂ ਦੀ ਮਿੰਨਤਾਂ ਤਰਲੇ ਕਰਕੇ ਇਹਨਾਂ ਨੂੰ ਵਾਕਆਊਟ ਤੋਂ ਬਚਾਇਆ ਵੀ ਤੁਸੀਂ ਨਹੀਂ ਵਾਕਆਊਟ ਨਹੀਂ ਕਰਨਾ, ਅਸੀਂ ਕੋਈ ਹੋਰ ਗੱਲ ਕਰਦੇ ਹਾਂ। ਫਿਰ ਵੱਡੀ ਗੱਲ ਇਹ ਆ ਵੀ ਜਿੰਨੀਆਂ ਮੀਟਿੰਗਾਂ ਹੋਈਆਂ ਇਹਨਾਂ ਨੇ ਉਹਨਾਂ ਦੀ ਮਹਿਮਾਨ ਨਿਵਾਜ਼ੀ ਨਹੀਂ ਕਬੂਲੀ। ਇਹ ਵੀ ਇੱਕ ਅੰਦੋਲਨ ਦੀ ਨਵੀਂ ਪਿਰਤ ਪਾਈ ਕਿਸਾਨਾਂ ਨੇ। ਅਸੀਂ ਤੁਹਾਡੀ ਮਹਿਮਾਨ ਨਿਵਾਜ਼ੀ ਨਹੀਂ ਕਬੂਲਣੀ, ਤੁਸੀਂ ਸਾਡੇ ਕੋਲ ਆ ਜਾਓ, ਤੁਹਾਨੂੰ ਖੀਰ ਨਾਲ ਜਲੇਬੀਆਂ ਖਵਾਵਾਂਗੇ। ਸਾਡੇ ਕੋਲ ਲੰਗਰ ਤਾਂ 6 ਮਹੀਨੇ ਦਾ ਲੈ ਕੇ ਗਏ ਹੋ ਅਸੀਂ ਤਾਂ, ਕਿ ਸਾਨੂੰ ਤੁਹਾਡੇ ਲੰਗਰ, ਤੁਹਾਡੇ ਪ੍ਰਸ਼ਾਦੇ ਦੀ ਜਾਂ ਤੁਹਾਡੇ ਖਾਣੇ ਦੀ, ਚਾਹ ਦੀ, ਕੌਫੀ ਦੀ ਲੋੜ ਨਹੀਂ ਹੈਗੀ। ਇਹ ਵੀ ਆਪਣੇ ਆਪ 'ਚ ਇੱਕ ਪਿਰਤ ਹੈ। ਔਰ ਜਿਹੜੀ ਤਸਵੀਰ ਜ਼ਮੀਨ ਤੇ ਬੈਠ ਕੇ ਕਿਸਾਨ ਜਿਹੜੇ ਪ੍ਰਸ਼ਾਦਾ ਛਕਦਿਆਂ ਦੀ ਜਿਹੜੀ ਪੂਰੇ ਵਰਲਡ ਵਾਈਡ ਫੈਲੀ ਆ ਨਾ, ਵਾਇਰਲ ਹੋਈ ਆ, ਉਸ ਤਸਵੀਰ ਦੇ ਬਹੁਤ ਮਾਇਨੇ ਆ। ਉਹ ਸਰਕਾਰ ਦੇ ਪੱਖੋਂ ਦੇਖੀਏ ਤਾਂ ਸਰਕਾਰ ਦੀ ਬਹੁਤ ਕਿਰਕਿਰੀ ਆ, ਕਿਸਾਨਾਂ ਦੇ ਪੱਖੋਂ ਦੇਖੀਏ ਤਾਂ ਕਿਸਾਨ ਇੱਕ ਆਪਣੀ ਰਵਾਇਤ ਨੂੰ ਕਾਇਮ ਰੱਖਦੇ ਹੋਏ, ਇਹ ਨਹੀਂ ਪਏ ਉੱਥੇ ਜੇ ਅਸੀਂ ਲੰਗਰ ਵੀ ਲੈ ਗਏ ਤਾਂ ਉੱਥੇ ਹੁੱਲੜਬਾਜੀ ਕੀਤੀ ਆ ਜਾਂ ਕਿਸੇ ਨੇ ਕੋਈ ਦੌੜ ਭੱਜ ਕੀਤੀ ਆ ਜਾਂ ਕੋਈ ਨੁਕਸਾਨ ਕੀਤਾ ਜਾਂ ਗੰਦ ਪਾਇਆ ਜਾਂ ਖਲਾਰਾ ਪਾਇਆ। ਕਿਸੇ ਕਿਸਮ ਦਾ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਆਉਣ ਦਿੱਤੀ। ਸਰਕਾਰ ਨੂੰ ਦੱਸ ਦਿੱਤਾ ਵੀ ਜੇ ਅਸੀਂ ਸ਼ੁਰੂ ਤੋਂ ਸ਼ਾਂਤਮਈ ਰਹੇ ਆ, ਹੁਣ ਵੀ ਸ਼ਾਂਤਮਈ ਆ, ਗਾਹਾਂ ਵੀ ਸ਼ਾਂਤਮਈ ਰਹਿਣਾ, ਤੁਹਾਡੇ ਵੱਲੋਂ ਭੜਕਾਉਣ ਦੀ ਬਹੁਤ ਕੋਸ਼ਿਸ਼ਾਂ ਹੋਈਆਂ। ਜੀ ਤੇ ਮੈਂ ਥੋੜੀ ਜਿਹੀ ਗੱਲ ਦੱਸਣੀ ਚਾਹੁੰਦਾ ਕਿ ਜਦੋਂ ਮੀਟਿੰਗ ਹੁੰਦੀ ਆ ਤੇ ਬਾਹਰ ਹੋਏ ਆ, ਪਰਸੋਂ ਦੀ ਮੀਟਿੰਗ ਸੀ ਸ਼ਾਇਦ, ਉਹਦੇ 'ਚ ਆਗੂਆਂ ਨੇ ਜਾਂ ਸਾਨੂੰ ਬਾਅਦ ਵਿੱਚ ਇਹ ਗੱਲਾਂ ਦੱਸੀਆਂ ਕਿ ਜਦੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਆ, ਉਹਨਾਂ ਦੇ ਕੋਲ ਕੋਈ ਗੱਲ ਨਹੀਂ ਹੈਗੀ ਜਿਹੜੀ ਇਹਨਾਂ ਦੀ ਗੱਲ ਨੂੰ ਕੱਟਦੀ ਆ। ਬਹੁਤ ਲੰਬਾ ਸਮਾਂ ਉਹ ਚੁੱਪ ਬੈਠੇ ਰਹੇ ਆ। ਇੱਕ ਵਾਰ ਉਹਨਾਂ ਨੇ ਇਹ ਵੀ ਹੋਇਆ ਕਿ ਕੁਰਸੀਆਂ ਵੀ ਆਗੂਆਂ ਨੇ ਆਪਣੀਆਂ ਪਿੱਛੇ ਕਰ ਲਈਆਂ ਤੇ ਮਾਈਕ ਬੰਦ ਕਰ ਦਿੱਤੇ ਤੇ ਉਹਨਾਂ ਨੂੰ ਫਿਰ ਉਦੋਂ ਕਾਫੀ ਦੇਰ ਬਾਅਦ ਉਹਨਾਂ ਨੇ ਕਿਹਾ ਸਾਨੂੰ ਹੁਣ ਦੱਸੋ ਤੁਸੀਂ ਕੀ ਕਹਿੰਦੇ ਆ। ਉਹ ਕਹਿੰਦਾ, ਕਿਸਾਨ ਆਗੂ ਨੇ ਕਿਹਾ ਕਿ ਅਸੀਂ ਤੇ ਆਪਣੀ ਗੱਲ ਦੱਸ ਚੁੱਕੇ ਆ, ਤੁਸੀਂ ਦੱਸੋ ਜੇ ਸਾਡੀ ਕੋਈ ਗੱਲ ਗਲਤ ਆ ਤਾਂ। ਫਿਰ ਜਦੋਂ ਉਹਨਾਂ ਕੋਲ ਕੋਈ ਜਵਾਬ ਨਹੀਂ ਆਉਂਦਾ ਫਿਰ ਜਾਂ ਤਾਂ ਚੁੱਪ ਕਰਕੇ ਬੈਠ ਜਾਂਦੇ ਨੇ ਮਿਨਿਸਟਰਸ ਐਂਡ ਜੋ ਉਹਨਾਂ ਦੇ ਨਾਲ ਸਬੋਰਡੀਨੇਟਸ ਨੇ, ਤੇ ਜਾਂ ਫਿਰ ਉੱਠ ਕੇ ਚਲੇ ਜਾਂਦੇ ਨੇ। ਬਹੁਤ ਜ਼ਿਆਦਾ ਘਿਰੀ ਹੋਈ ਹੈ ਇਸ ਗੱਲ ਦੇ ਉੱਤੇ ਸਰਕਾਰ, ਪਰ ਉਹ ਜਿਹੜੀ ਉਹਨਾਂ ਦੀ ਇੱਕ ਈਗੋ ਆ ਜਾਂ ਹਉਮੈ ਆ, ਉਹ ਉਸ ਚੀਜ਼ ਨੂੰ ਟੁੱਟਣ ਨਹੀਂ ਦੇ ਰਿਹਾ। ਮੰਨਦੇ ਉਹ ਵੀ ਇਸ ਗੱਲ ਨੂੰ ਆ ਕਿ ਜਿਹੜਾ ਉਹਨਾਂ ਤੋਂ ਗਲਤੀ ਹੋ ਗਈ ਆ, ਪਰ ਹੁਣ ਉਹ ਤੋਂ ਬੈਕ ਕਿੱਦਾਂ ਜਾਣਗੇ ਇਹ ਉਹਨਾਂ ਨੂੰ ਦੇਖਣਾ ਪੈਣਾ, ਕਿਉਂਕਿ ਜਿਹਨੇ ਗਲਤੀ ਕੀਤੀ ਆ ਉਹਨੂੰ ਹੀ ਇਸ ਗੱਲ ਨੂੰ ਸਮਝਣਾ ਪਊਗਾ ਕਿ ਹੁਣ ਕੀ ਕਰਨਾ ਤੇ ਕੀ ਨਹੀਂ। ਤੁਸੀਂ 9 ਦੀ ਮੀਟਿੰਗ ਵਾਲੀ ਗੱਲ ਕੀਤੀ, ਜਿਹੜੀ ਪਰਸੋਂ ਰੱਖੀ ਆ, ਉਹ ਉਹਨਾਂ ਨੇ ਰੱਖੀ ਸੀਗੀ ਪਹਿਲਾਂ 7 ਤਰੀਕ ਦੀ ਆਵਾਜ਼ ਆਈ ਸੀ ਜੀ, ਪਰ ਕਿਸਾਨ ਆਵਾਜ਼ ਦੇ ਚੁੱਕੇ ਸੀਗੇ 8 ਦੇ ਭਾਰਤ ਬੰਦ ਦੇ ਸੱਦੇ ਦਾ। ਤੇ ਸਰਕਾਰ ਹਜੇ ਵੀ ਇਹਨਾਂ ਨੂੰ ਤੋਲਦੀ ਆ, ਕਿਤੇ ਨਾ ਕਿਤੇ ਪਰਖਦੀ ਆ ਵੀ ਦੇਖੀਏ ਜਿਹੜਾ 8 ਦਾ ਬੰਦ ਦਾ ਸੱਦਾ ਆ ਉਹ ਕਿੰਨਾ ਕੁ ਕਾਮਯਾਬ ਹੁੰਦਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕਦਮ ਤਰੀਕ ਬਦਲ ਕੇ 9 ਰੱਖ ਦਿੱਤੀ ਆ। ਹੁਣ ਉਹ ਹੀ ਗੱਲ ਆਉਂਦੀ ਆ ਜਿਹੜੀ ਉਹ ਸਨੀ ਦਿਓਲ ਵਾਲੀ, ਚਲੋ ਆਪਾਂ ਉਹਦਾ ਨਾਂ ਨਹੀਂ ਲੈਣਾ ਕਿਉਂਕਿ ਉਹਦਾ ਕਿਸਾਨਾਂ ਦੇ ਹੱਕ 'ਚ ਆਇਆ ਹੀ ਨਹੀਂ। ਉੱਥੇ ਉਹ ਜਿੱਦਾਂ ਉਹ ਫਿਲਮ 'ਚ ਕਹਿੰਦਾ ਹੁੰਦਾ ਤਾਰੀਖ ਪੇ ਤਾਰੀਖ, ਉਹੀ ਕੰਮ ਸਰਕਾਰ ਦਾ ਮੀਟਿੰਗ ਤੇ ਮੀਟਿੰਗ ਚੱਲ ਰਹੀ ਆ। ਨਿਕਲਣਾ ਕੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਜੀ। ਸਰ, ਭਾਰਤ ਬੰਦ ਦੇ ਸੱਦੇ ਤੇ ਹੀ ਵਾਪਸ ਆਵਾਂਗੇ। ਇਸ ਵੇਲੇ ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਆ। ਵਿਚਾਰ ਚਰਚਾ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਫਿਰ ਉਸੇ ਮੁੱਦੇ ਤੇ ਵਾਪਸ ਆਉਨੇ ਆ। ਸਰ, ਕੱਲ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ, ਤੇ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਸਮਰਥਨ ਮਿਲੂਗਾ? ਸਮਰਥਨ ਦੀ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਨਹੀਂ ਕਿਤੇ ਕੋਈ ਕਮੀ ਪੇਸ਼ੀ ਰਹਿ ਜੂਗੀ। ਸਰਕਾਰ ਵੀ ਦੀਆਂ ਵੀ ਨਜ਼ਰ ਆਈ ਇਹਦੇ ਤੇ ਹੀ ਆ, ਇਸ ਕਰਕੇ ਉਹਨਾਂ ਨੇ ਇੱਕ ਦਿਨ ਬਾਅਦ ਮੀਟਿੰਗ ਰੱਖੀ, ਜਿਵੇਂ ਆਪਾਂ ਪਿੱਛੇ ਦੱਸਿਆ। ਉਹਦੇ ਵਿੱਚ ਹੁਣ ਜੇ ਗੱਲ ਕਰੀਏ ਤਾਂ ਜਿਵੇਂ 41-42 ਜਣੇ ਜਿਹੜੇ ਮੀਟਿੰਗ 'ਚ ਸ਼ਾਮਲ ਹੋਏ ਸੀ ਪਰਸੋਂ ਵਾਲੀ 'ਚ, 5 ਵਾਲੀ 'ਚ, ਜਿਹਦੇ 'ਚ 32 ਜਥੇਬੰਦੀਆਂ ਪੰਜਾਬ ਦੀਆਂ ਸੀਗੀਆਂ ਤਾਂ 7-8-9 ਜਿਹੜੇ ਜਣੇ ਆ ਉਹ ਵੱਖ-ਵੱਖ ਸਟੇਟਾਂ ਦੇ ਸੀਗੇ। ਜਿਹੜੀ ਬੀਤੇ ਦਿਨ ਇਹਨਾਂ ਨੇ ਸਿੰਘੂ ਬਾਰਡਰ ਤੇ ਲੰਬੀ ਮੀਟਿੰਗ ਤੋਂ ਬਾਅਦ ਕਿਸਾਨਾਂ ਦੀ ਸੰਯੁਕਤ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਦੀ ਵੱਖਰੀ, ਇਹ ਕਰਕੇ ਜਿਹੜੀ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਆ, ਉੱਥੇ ਤੇਲੰਗਾਨਾ ਵਾਲਾ ਕਿਸਾਨ ਆਗੂ ਵੀ ਬੈਠਾ ਸੀ, ਉੱਥੇ ਮਹਾਰਾਸ਼ਟਰ ਦਾ ਕਿਸਾਨ ਆਗੂ ਵੀ ਬੈਠਾ ਸੀ, ਉੱਥੇ ਉੱਤਰਾਖੰਡ ਦਾ ਵੀ ਬੈਠਾ ਸੀਗਾ, ਗੁਜਰਾਤ ਦਾ ਵੀ ਸੀਗਾ, ਫਿਰ ਮੱਧ ਪ੍ਰਦੇਸ਼ ਦਾ ਵੀ ਸੀਗਾ। ਹੁਣ ਉਹਦੇ ਵਿੱਚ ਦੇਖੋ ਉਹਨਾਂ ਨੇ ਜਿਹੜੀ ਗੱਲ ਕਹੀ ਆ ਉੱਥੇ ਬੜੀ ਮਾਇਨੇ ਰੱਖਦੀ ਆ। ਗੁਜਰਾਤ ਵਾਲਾ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣਾ ਰਾਜ ਆ, ਆਪਣਾ ਸੂਬਾ ਆ, ਆਪਣਾ ਗ੍ਰਹਿ ਆ, ਉੱਥੋਂ ਕਹਿੰਦੇ ਉਹ ਘੱਟੋ ਘੱਟ 250 ਟਰਾਲੀਆਂ ਦਾ ਕਾਫਲਾ ਚੱਲਿਆ ਹੋਇਆ, ਜਿਹੜਾ ਕਿ ਉਹ 1-2 ਦਿਨਾਂ ਦੇ ਵਿੱਚ ਪਹੁੰਚ ਜਾਊਗਾ ਸਿੰਘੂ ਬਾਰਡਰ ਤੇ। ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਵੀ ਉੱਥੇ ਜਿੰਨੀ ਟਰਾਂਸਪੋਰਟ ਆ, ਜਿੰਨਾ ਵੀ ਕਿਸਾਨਾਂ ਦਾ ਉੱਥੇ ਜ਼ੋਰ ਆ, ਉਹ ਚੱਲ ਕੇ ਪੂਰਾ ਬੰਦ ਰੱਖਾਂਗੇ। ਉਸ ਦੇ ਨਾਲ ਉੱਤਰਾਖੰਡ ਜਿੱਥੇ ਭਾਜਪਾ ਦੀ ਸਰਕਾਰ ਆ,
ਗੁਜਰਾਤ 'ਚ ਵੀ ਭਾਜਪਾ ਦੀ ਆ, ਉੱਤਰਾਖੰਡ 'ਚ ਵੀ ਭਾਜਪਾ ਦੀ ਆ। ਉੱਥੋਂ ਦੇ ਵੀ ਕਿਸਾਨ ਆਗੂ ਜਿਹੜਾ ਸੀ ਮੇਨ ਬੰਦਾ ਉਹਨਾਂ ਦਾ ਜਿਹੜਾ ਪ੍ਰਧਾਨ ਆ ਉੱਥੋਂ ਦਾ, ਉਹ ਵੀ ਪ੍ਰੈਸ ਕਾਨਫਰੰਸ 'ਚ ਬੈਠਾ ਬੋਲ ਰਿਹਾ ਸੀ ਵੀ ਇਹ ਟੈਗ ਲੱਗ ਰਿਹਾ ਸੀ ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨ ਆ। ਕਹਿੰਦੇ ਭੁੱਲ ਜਾਓ, ਇਸ ਵੇਲੇ ਉੱਤਰਾਖੰਡ ਦੇ ਜਿਹੜੇ ਕਿਸਾਨ ਆ ਪੂਰੀ ਤਰ੍ਹਾਂ ਪੰਜਾਬ ਦੇ ਕਿਸਾਨਾਂ ਦੇ ਨਾਲ ਆ, ਇਹ ਸਾਡੇ ਵੱਡੇ ਭਰਾ ਆ। ਔਰ ਵੱਡੀ ਗੱਲ ਇਹ ਨਿਕਲ ਕੇ ਆਈ ਆ ਵੀ ਸਾਰੀਆਂ ਸਟੇਟਾਂ ਨੇ ਪੰਜਾਬ ਨੂੰ ਵੱਡਾ ਭਰਾ ਮੰਨ ਲਿਆ। ਸਾਰੇ ਕਹਿ ਰਹੇ ਵੀ ਇਹ ਵੱਡਾ ਭਰਾ ਸਾਡਾ, ਜਿੱਦਾਂ ਇਹ ਕਹੂਗਾ ਅਸੀਂ ਉਦਾਂ ਹੀ ਚੱਲਣਾ, ਇਹਨੇ ਤੇ ਮਗਰ ਚੱਲਣਾ, ਚਾਹੇ 6 ਮਹੀਨੇ ਸਾਨੂੰ ਬਿਠਾ ਲਵੇ ਇੱਥੇ, ਚਾਹੇ ਸਾਲ ਬਿਠਾ ਲਵੇ, ਚਾਹੇ 3 ਸਾਲ ਬਿਠਾ ਲਵੇ। ਇਹ ਵੱਡੀ ਗੱਲ, ਪੰਜਾਬ ਇੱਕ ਨਵਾਂ ਉੱਭਰ ਕੇ ਸਾਹਮਣੇ ਆਇਆ ਜਿਹੜਾ ਕਿ ਇਸ ਵੇਲੇ ਪੂਰੇ ਦੇਸ਼ ਦੀ ਅਗਵਾਈ ਕਰ ਰਿਹਾ। ਉੱਤਰਾਖੰਡ ਵਾਲਾ ਕਹਿ ਰਿਹਾ ਵੀ ਉੱਥੇ ਜਿਹੜੀ ਆ ਪੂਰੀ ਤਰ੍ਹਾਂ ਮੁਕੰਮਲ ਬੰਦ ਰਹੂਗਾ। ਹਰਿਆਣੇ ਦੀਆਂ ਟਰਾਂਸਪੋਰਟ ਯੂਨੀਅਨਾਂ, ਹਰਿਆਣੇ ਦੇ ਪੈਟਰੋਲ ਪੰਪ ਔਰ ਜਿੰਨੇ ਵੀ ਨਾਲ ਜਿਹੜੇ ਆ, ਚਾਹੇ ਉਹ ਬੱਸਾਂ ਆ, ਚਾਹੇ ਕੁਛ ਟੈਂਪੂ ਯੂਨੀਅਨਾਂ ਆ, ਚਾਹੇ ਉਹ ਟਰੱਕਾਂ ਵਾਲੇ ਆ, ਚਾਹੇ ਕਿਸੇ ਤਰ੍ਹਾਂ ਦੀ ਵੀ ਆ, ਸਾਰਿਆਂ ਨੇ ਮੁਕੰਮਲ ਬੰਦ ਰੱਖਣ ਦਾ ਐਲਾਨ ਕੀਤਾ ਆ। ਇਸ ਦੇ ਨਾਲ ਮੈਂ ਹੋਰ ਕਹਾਂ, ਸਿਆਸੀ ਪਾਰਟੀਆਂ ਨੇ ਵੀ ਪੂਰੀ ਤਰ੍ਹਾਂ ਸਮਰਥਨ ਦੇ ਦਿੱਤਾ ਆ। ਜੇ ਪੰਜਾਬ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਵੀ, ਆਮ ਆਦਮੀ ਪਾਰਟੀ ਨੇ ਵੀ, ਉਧਰ ਮਹਾਰਾਸ਼ਟਰ ਦੀ ਜਿਹੜੀ ਸਰਕਾਰ ਦੇ ਵਿੱਚ ਭਾਈਵਾਲ ਹੈ NCP ਸ਼ਰਦ ਪਵਾਰ ਵਾਲੀ, ਉਹਨੇ ਵੀ ਸਮਰਥਨ ਦੇ ਦਿੱਤਾ ਵੀ ਪੂਰੀ ਤਰ੍ਹਾਂ ਬੰਦ ਦੇ ਨਾਲ ਆ, ਅਸੀਂ 8 ਤਰੀਕ ਨੂੰ ਮੁਕੰਮਲ ਬੰਦ ਰਹੂਗਾ। ਸੋ ਐਡੇ ਵੱਡੇ ਪੱਧਰ ਤੇ ਜੇ ਇਹ ਬੰਦ ਨੂੰ ਸਮਰਥਨ ਮਿਲ ਰਿਹਾ, ਤੁਸੀਂ ਅੰਦਾਜ਼ਾ ਲਾ ਲਓ ਵੀ ਕੱਲ ਜਿਹੜੇ ਹਾਲਾਤ ਆ ਰਹਿਣਗੇ ਸ਼ਾਂਤੀਪੂਰਨ ਆ। ਪਰ ਉਹਨਾਂ ਨੇ ਇੱਕ ਵੱਡੀ ਗੱਲ ਇਹ ਵੀ ਕਹੀ ਆ, ਜੋਗਿੰਦਰ ਯਾਦਵ ਨੂੰ ਮੈਂ ਬੋਲਦਾ ਸੁਣਿਆ, ਉਹ ਕਹਿੰਦੇ ਵੀ ਇਸ ਵੇਲੇ ਵਿਆਹਾਂ ਦਾ ਸੀਜ਼ਨ ਆ। ਲਾਕਡਾਊਨ ਵਿੱਚ ਜਿੰਨੇ ਵਿਆਹ ਰੁਕੇ ਸੀਗੇ ਉਹ ਹੁਣ ਹੌਲੀ ਹੌਲੀ ਲਾਕਡਾਊਨ ਖੁੱਲਿਆ ਤੇ ਉਹ ਵਿਆਹਾਂ ਦਾ ਸੀਜ਼ਨ, ਵਿਆਹ ਦਾ ਜ਼ੋਰ ਬਹੁਤ ਆ, ਉਹ ਚੱਲ ਰਹੇ ਆ। ਸਾਡੇ ਵੱਲੋਂ ਉਹਨਾਂ ਵਿਆਹਾਂ ਨੂੰ, ਬਰਾਤਾਂ ਨੂੰ ਛੋਟ ਹੋਊਗੀ, ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ। ਜ਼ਰੂਰੀ ਸੇਵਾਵਾਂ ਤਾਂ ਚੱਲਦੀਆਂ ਰਹਿਣਗੀਆਂ, ਐਂਬੂਲੈਂਸ ਵਗੈਰਾ ਜਾਂ ਬਿਮਾਰ ਸ਼ਮਾਰ ਹੋਇਆ ਉਹ ਚੱਲਦੀਆਂ ਰਹਿਣਗੀਆਂ, ਪਰ ਜਿਹੜੀਆਂ ਵਿਆਹਾਂ ਨੂੰ ਛੋਟ ਦੇਣਾ, ਇਹ ਉਹਨਾਂ ਦੇ ਵਿੱਚ ਲੱਗਦਾ ਵੀ ਉਹਨਾਂ ਦੀ ਦੇਖੋ ਦਰਿਆਦਿਲੀ ਔਰ ਦਿਆਨਤਦਾਰੀ ਕਿੰਨੀ ਆ। ਨਹੀਂ ਤਾਂ ਆਮ ਕਰਕੇ ਆਪਾਂ ਜਦੋਂ ਵੀ ਦੇਖਦੇ ਆ ਨਾ, ਚਾਹੇ ਪੰਜਾਬ ਬੰਦ ਹੀ ਹੋਵੇ, ਚਾਹੇ ਦੇਸ਼ ਬੰਦ ਹੋਵੇ, ਉੱਥੇ ਇਹੋ ਜਿਹੀ ਕੋਈ ਛੋਟ ਨਹੀਂ ਦਿੱਤੀ ਜਾਂਦੀ ਜਿਸ ਤਰ੍ਹਾਂ ਦੀ ਛੋਟ ਕਿਸਾਨਾਂ ਨੇ ਦਿੱਤੀ ਜਾਂਦੀ ਆ। ਸਭ ਕੁਝ ਹੀ ਬੰਦ ਕਰ ਦਿੰਦੇ ਨੇ। ਇੱਕ ਮੈਂ ਇਹਦੇ ਵਿੱਚ ਕਹਿਣਾ ਚਾਹੂੰਗਾ ਵੀ ਜਦੋਂ ਹੁਣ ਦਿਆਨਤਦਾਰੀ ਦੀ ਗੱਲ ਚੱਲੀ ਆ ਕਿਸਾਨਾਂ ਦੀ, ਤੇ ਉੱਥੇ ਇੱਕ ਨੌਜਵਾਨਾਂ ਦੀ ਮੈਂ ਇੱਕ ਗੱਲ ਸੁਣ ਰਿਹਾ ਸੀਗਾ, ਮੋਹਾਲੀ ਦੇ ਗਏ ਹੋਆ ਕਿਸਾਨ ਨੌਜਵਾਨ, ਜ਼ਿਆਦਾ ਨਹੀਂ ਤਾਂ 20-22 ਸਾਲ ਦੇ ਹੋਣੇ ਮੁੰਡੇ ਜੀ। ਉਹਨਾਂ ਦੀ ਡਿਊਟੀ ਲੱਗੀ ਆ ਰਾਤ ਨੂੰ ਠਿਕਰੀ ਪਹਿਰੇ ਵਾਂਗੂ, ਸਾਰੇ ਉੱਥੇ ਸਿੰਘੂ ਬਾਰਡਰ ਦੇ ਆਲੇ ਦੁਆਲੇ ਘੁੰਮਣ ਦੀ, ਵੀ ਕੋਈ ਸ਼ਰਾਰਤੀ ਅਨਸਰ ਨਾ ਆ ਜਾਵੇ। ਹੋਇਆ ਕੀ ਵੀ ਉੱਥੇ ਕਹਿੰਦੇ ਜਦੋਂ ਘੁੰਮਦੇ ਸੀ ਤਾਂ ਕਿਸੇ ਦੇ ਘਰ ਦੇ ਵਿੱਚ ਪਰੇਸ਼ਾਨੀ ਆ ਗਈ, ਕਿਸੇ ਔਰਤ ਨੂੰ ਬੱਚਾ ਹੋਣ ਵਾਲਾ ਸੀ, ਡਿਲੀਵਰੀ ਸੀਗੀ। ਉਹਨਾਂ ਨੇ ਆ ਕੇ ਜਦ ਦੇਖਿਆ ਬਾਹਰ ਕਿਸੇ, ਉਹਨਾਂ ਨੇ ਵੀ ਪੁਲਿਸ ਵਾਲਿਆਂ ਨੂੰ ਕਾਲ ਕੀਤੀ, ਉਹਨਾਂ ਨੇ ਵੀ ਐਂਬੂਲੈਂਸ ਨੂੰ ਕਾਲ ਕੀਤੀ, ਕੋਈ ਉਹਦਾ ਮਸਲਾ ਹੱਲ ਨਹੀਂ ਹੋਇਆ। ਜਦ ਇਹ ਘੁੰਮਦੇ ਦੇਖੇ ਤਾਂ ਉਹਨਾਂ ਦਾ ਬੰਦਾ ਬਾਹਰ ਆ ਕੇ ਇਹਨਾਂ ਨੂੰ ਮਿਲਿਆ। ਸਰਦਾਰ ਸਾਹਿਬ ਸੂਰਤ ਮੁੰਡੇ ਆ, ਕੁਛ ਉਹਨਾਂ ਦੇ ਵਿੱਚ 1-2 ਨਾਲ ਹੋਰ ਪੰਜਾਬੀ ਵੀ ਸੀਗੇ। ਉਹਨਾਂ ਨੂੰ ਕਿਹਾ ਵੀ ਇਦਾਂ ਗੱਲ ਆ ਵੀ ਅਸੀਂ ਹਸਪੀਟਲ ਜਾਣਾ, ਕਿੱਦਾਂ ਜਾ ਹੋਊਗਾ। ਇਹਨਾਂ ਨੇ ਵੀ ਐਂਬੂਲੈਂਸ ਨੂੰ ਕਾਲ ਕੀਤੀ, ਪੁਲਿਸ ਨੂੰ ਕਾਲ ਕੀਤੀ, ਕੋਈ ਰਿਸਪੌਂਸ ਨਹੀਂ ਆਇਆ। ਦੇਖੋ ਉਹਨਾਂ ਦੀ ਮਤਲਬ ਮਾਨਸਿਕਤਾ ਕਿਸ ਤਰੀਕੇ ਨਾਲ ਵੀ ਲੋਕਾਂ ਨੂੰ ਇਹਨਾਂ ਦੇ ਖਿਲਾਫ ਕਰੀਏ। ਜੇ ਐਂਬੂਲੈਂਸ ਲੈ ਕੇ ਪਹੁੰਚ ਜਾਂਦੇ ਤਾਂ ਉਹਨਾਂ ਦੇ ਨੈਚੁਰਲੀ ਉਹਨਾਂ ਨੂੰ ਹੁੰਦਾ ਵੀ ਇਹ ਇਹਨਾਂ ਦੇ ਨਾਲ ਰਲ ਗਏ ਆ, ਹੁਣ ਅਸੀਂ ਜੇ ਐਂਬੂਲੈਂਸ ਨੂੰ ਨਾ ਭੇਜਾਂਗੇ, ਪੁਲਿਸ ਨਾ ਭੇਜਾਂਗੇ ਤੇ ਇਹਨਾਂ ਦੇ ਖਿਲਾਫ ਬਗਾਵਤ ਕਰਨਗੇ, ਸਾਨੂੰ ਮੌਕਾ ਮਿਲੂ ਕਾਰਵਾਈ ਕਰਨ ਦਾ। ਪਰ ਉਹ ਮੁੰਡੇ ਜਿਹੜੇ ਉਹਨਾਂ ਦੀ ਬਲਿਹਾਰੇ ਜਾਈਏ, ਉਹਨਾਂ ਮੁੰਡਿਆਂ ਦੀ ਤਰਕੀਬ ਦੀ ਔਰ ਸੋਚ ਦੀ, ਉਹਨਾਂ ਨੇ ਆਪਣੀ ਗੱਡੀ ਚੱਕੀ। ਉਹ ਕਹਿੰਦੇ ਵੀ ਮੁੰਡੇ ਨੇ ਇੰਨੀ ਕੁ ਤੇਜ਼ ਗੱਡੀ ਚਲਾਈ ਨਾ ਵੀ ਉਹ ਕਹਿੰਦਾ ਮੈਂ ਨਹੀਂ ਦੇਖਿਆ ਕੋਈ ਕਿੱਥੇ ਟੋਆ ਸੀ, ਕਿੱਥੇ ਕੀ ਸੀ। ਇੱਕ ਤਾਂ ਸਾਨੂੰ ਕਹਿੰਦਾ ਪਤਾ ਹੀ ਨਹੀਂ ਇੱਥੇ ਹਸਪੀਟਲ ਕਿੱਥੇ ਹੋਊਗਾ। ਦੂਸਰਾ ਕਹਿੰਦਾ ਉਹ ਬੰਦੇ ਗਰੀਬ ਬੰਦੇ ਸੀਗੇ, ਉਹਨਾਂ ਨੂੰ ਵੀ ਪਤਾ ਸੀਗਾ ਵੀ ਕਿਹੜੇ ਹਸਪੀਟਲ ਆਲੇ ਦੁਆਲੇ ਦਾ ਪਤਾ ਹੋਊਗਾ, ਤੇ ਉੱਥੇ ਤਾਂ ਸਾਰੇ ਬੰਦ ਸੀ, ਰਾਤ ਦਾ ਟਾਈਮ ਸੀ, ਅੱਧੀ ਰਾਤ ਤੋਂ ਬਾਅਦ। ਉਹ ਕਹਿੰਦਾ 25 ਕਿਲੋਮੀਟਰ ਗੱਡੀ ਮੈਂ ਚਲਾ ਕੇ ਲੱਗਿਆ। ਸਾਨੂੰ ਕਿਤੇ ਜਾ ਕੇ ਕਹਿੰਦਾ ਲਾਈਟ ਪਈ ਤਾਂ ਮੋਰੇ ਸਾਈਨ ਬੋਰਡ ਦਿਸਿਆ, ਉੱਥੇ ਪਤਾ ਲੱਗਾ ਵੀ ਸਿਵਲ ਹਸਪਤਾਲ ਐਨੂੰ ਆ। ਕਹਿੰਦਾ ਉੱਥੇ ਜਾ ਕੇ ਫਿਰ ਸੱਜੇ ਹੱਥ ਮੁੜ ਕੇ ਸਿਵਲ ਹਸਪਤਾਲ ਜਾ ਕੇ ਉਸ ਔਰਤ ਨੂੰ, ਉਹਨਾਂ ਦੇ ਘਰ ਵਾਲੇ ਨੂੰ ਉੱਥੇ ਲਗਾਇਆ, ਔਰਤ ਨੂੰ ਦਾਖਲ ਕਰਾਇਆ, ਸਹੀ ਤਰੀਕੇ ਨਾਲ ਡਿਲੀਵਰੀ ਹੋ ਗਈ, ਬੱਚਾ ਹੋਇਆ। ਔਰ ਉਹ ਧੰਨਵਾਦ ਕਰਦੇ ਨਹੀਂ ਥੱਕਦੇ ਸੀ ਉਹਨਾਂ ਦੇ। ਇਹੋ ਜਿਹੇ ਬੰਦਿਆਂ ਨਾਲ ਸਰਕਾਰ ਕਿੱਥੋਂ ਪੰਗਾ ਲੈ ਲੂਗੀ, ਜਿਹੜੇ ਕਿ ਆਪਣੇ ਉੱਤੇ ਐਡਾ ਵੱਡਾ ਕਸ਼ਟ ਹੰਢਾਉਣ ਦੇ ਬਾਵਜੂਦ ਵੀ ਇੰਨੀ ਵੱਡੀ ਮਦਦ ਕਰ ਰਹੇ ਆ। ਔਰ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ। ਉਹ ਕਹਿੰਦੇ ਮਾਈਕ ਤੌਰ ਤੇ ਵੀ ਅਸੀਂ ਮਦਦ ਕੀਤੀ ਆ, ਪਰ ਉਹ ਅਸੀਂ ਦੱਸਣਾ ਨਹੀਂ, ਕਹਿੰਦੇ ਸਾਨੂੰ ਇਹ ਜਿਹੀ ਕੋਈ ਗੱਲ ਨਹੀਂ ਹੈਗੀ। ਪਰ ਇਹ ਕਹਿੰਦਾ ਅਸੀਂ ਇਹਨਾਂ ਦੀ ਨਿੰਦਾ ਜ਼ਰੂਰ ਕਰਨੀ ਬਣਦੀ ਆ। ਇਹ ਚੈਨਲ ਵਾਲਿਆਂ ਨੂੰ ਵੀ ਕਿਹਾ, ਉਹਨਾਂ ਨੇ ਮੀਡੀਆ ਨੂੰ ਵੀ ਕਿਹਾ ਵੀ ਇਹਨਾਂ ਦੀ ਜਿਹੜਾ ਗਾ ਚੰਗੀ ਤਰ੍ਹਾਂ ਰੇਲ ਬਣਾਓ ਵੀ ਐਂਬੂਲੈਂਸਾਂ ਕਾਹਦੇ ਲਈ ਆ, ਵੀ ਤੁਸੀਂ ਇਹ ਕੀ ਸ਼ੋਅ ਕੀਤਾ ਵੀ ਅਸੀਂ ਜੇ ਨਹੀਂ ਆਉਂਗੇ ਤਾਂ ਸਾਡੇ ਖਿਲਾਫ ਹੋ ਜਾਓਗੇ, ਅਸੀਂ ਬੈਠੇ। ਕਹਿੰਦੇ ਇਹ ਪੰਜਾਬ ਦੇ ਵਿੱਚ ਹੀ ਇਹੋ ਜਿਹਾ ਦਿਲ ਆ ਜਿਹੜਾ ਕਿ ਜਿੰਨਾ ਮਰਜ਼ੀ ਕਸ਼ਟ ਆਪਣੇ ਉੱਤੇ ਝੱਲ ਲਵੇ ਪਰ ਕਿਸੇ ਦੀ ਮਦਦ ਕਰਨੋਂ ਪਿੱਛੇ ਨਹੀਂ ਹਟਦਾ। ਇਹ ਬਹੁਤ ਵੱਡੀ ਗੱਲ ਆ। ਇਹ ਨੈਸ਼ਨਲ ਚੈਨਲਾਂ ਤੇ ਕਿਤੇ ਵੀ ਨਹੀਂ ਆਊਗੀ ਗੱਲ। ਇਹ ਆਪਣੇ ਚੈਨਲ ਤੇ ਮੰਨ ਲਓ ਜਾਂ ਜਿੱਥੇ ਉਹ ਸਮਝ ਲਓ ਬੋਲ ਰਹੇ ਸੀ, ਜਿਹੜੇ ਮੈਂ ਸੁਣਿਆ ਉੱਥੇ ਉਹਨਾਂ ਦੀ ਇਹੋ ਜਿਹੀ ਗੱਲ ਗਈ ਆ। ਬਹੁਤ ਵੱਡੀ ਗੱਲ ਆ ਜੀ, ਇਹ ਛੋਟੀ ਗੱਲ ਨਹੀਂ ਹੈਗੀ। ਵੀ ਤੁਸੀਂ ਆਪ ਤਾਂ ਕਸ਼ਟ ਦੇ ਵਿੱਚ ਆ, ਤੁਹਾਨੂੰ ਕੀ ਪਤਾ ਆਲੇ ਦੁਆਲੇ ਜੇ ਤੁਸੀਂ ਉਥੋਂ ਠੀਕਰੀ ਪੈਰਾ ਛੱਡ ਕੇ ਵੀ ਚੱਲ ਜਾਂਦੇ ਆ, ਮਗਰੋਂ ਕੋਈ ਇਹੋ ਜਿਹੀ ਗੱਲ ਵਾਪਰ ਜਾਏ ਤਾਂ ਕੌਣ ਜ਼ਿੰਮੇਵਾਰ ਆ। ਪਰ ਉਹਨਾਂ ਨੇ ਉਸ ਪਰਿਵਾਰ ਨੂੰ ਤਰਜੀਹ ਦਿੱਤੀ, ਉਹਨਾਂ ਦੇ ਕਸ਼ਟ ਨੂੰ ਦੇਖਿਆ ਔਰ ਉਹਨਾਂ ਨੂੰ ਪਹਿਲਾਂ ਜਾ ਕੇ ਉੱਥੇ ਪਹੁੰਚਾ ਕੇ ਫੇਰ ਹੀ ਸਾਹ ਲਿਆ।
ਕਿਸਾਨਾਂ ਦੇ ਇਹੀ ਜਜ਼ਬੇ ਨੇ ਤਾਂ ਸਰਕਾਰ ਦੀਆਂ ਗੋਡਣੀਆਂ ਲਵਾਈਆਂ ਹੋਈਆਂ ਨੇ। ਬਿਲਕੁਲ ਬਿਲकुल ਇਹ ਪਰੇਸ਼ਾਨ ਕਰਦੀ ਉਹਨਾਂ ਨੂੰ ਵੀ ਇਹ ਬੰਦੇ ਹੈ ਕਿੱਥੋਂ ਦੇ ਆ, ਇਹ ਕਿਹਨਾਂ ਨਾਲ ਪੰਗਾ ਲੈ ਲਿਆ। ਦੇਖੋ 6 ਸਾਲਾਂ ਦੇ ਵਿੱਚ ਉਹਨਾਂ ਨੂੰ ਕਦੀ ਵੀ ਇਹੋ ਜਿਹੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਸ਼ਿਵ ਸੈਨਾ ਵਾਲਿਆਂ ਦਾ ਇੱਕ ਬਹੁਤ ਵੱਡਾ ਆਪਣਾ ਅਖਬਾਰ ਆ ਸਾਹਮਣਾ, ਜਿੱਥੇ ਕਿ ਉਹ ਸੰਪਾਦਕੀ ਲਿਖਦੇ ਔਰ ਹਮੇਸ਼ਾ ਉਹਨਾਂ ਦੀ ਸੰਪਾਦਕੀ ਚਰਚਾ 'ਚ ਰਹਿੰਦੀ ਆ। ਉਹਨਾਂ ਨੇ ਸੰਪਾਦਕੀ ਲਿਖੀ ਸੀ ਪਰਸੋਂ, ਕਹਿੰਦੇ ਵੀ ਪੰਜਾਬ ਦੇ ਕਿਸਾਨਾਂ ਨੇ ਪਹਿਲੀ ਵਾਰ ਹੋਇਆ ਤੇ ਕੇਂਦਰ ਸਰਕਾਰ ਦੀਆਂ ਗੋਡਣੀਆਂ ਲਵਾਤੀਆਂ। ਕਹਿੰਦੇ ਨਹੀਂ ਤਾਂ 6 ਸਾਲਾਂ ਦੇ ਵਿੱਚ ਕਦੀ ਸਰਕਾਰ ਕਿਸੇ ਦੇ ਮੂਹਰੇ ਝੁਕੀ ਹੀ ਨਹੀਂ। ਇਹ ਫਸਟ ਟਾਈਮ ਆ, ਇਤਿਹਾਸ ਵੀ ਆਪਣੇ ਆਪ 'ਚ ਬਣ ਗਿਆ। ਔਰ ਜਦੋਂ ਇਹੋ ਜਿਹੇ ਵੱਡੇ ਵੱਡੇ ਰਸਾਲੇ, ਮੈਗਜ਼ੀਨ, ਅਖਬਾਰਾਂ ਆਪਣੀਆਂ ਸੰਪਾਦਕੀਆਂ 'ਚ ਲਿਖਦੇ ਆ ਤਾਂ ਫਿਰ ਉਹ ਪੰਜਾਬ ਦਾ ਦੇਖੋ ਅਕਸ ਕਿੱਥੇ ਜਾਂਦਾ। ਇਹ ਆਪਣੇ ਆਪ 'ਚ ਇੱਕ ਮਿਸਾਲ ਬਣਦਾ। ਸਵਲੀਨ ਜੀ, ਇਹਦੇ ਵਿੱਚ ਇੱਕ ਗੱਲ ਹੋਰ ਵੀ ਜਿਹੜੀ ਨਵੀਂ ਆਈ ਆ ਉਹ ਇਹ ਆ ਵੀ ਨੈਸ਼ਨਲ ਮੀਡੀਆ ਨੇ ਜਿੰਨਾ ਕੁ ਇਸ ਕਿਸਾਨ ਅੰਦੋਲਨ ਨੂੰ ਭੰਡਿਆ ਉਹ ਕਿਤੇ ਵੀ ਲੱਭਦੇ ਨਹੀਂ ਹੈਗੇ। ਸੋਸ਼ਲ ਮੀਡੀਆ ਪੂਰਾ ਛਾਇਆ ਪਿਆ, ਕਿਉਂਕਿ ਜੇ ਵਿਦੇਸ਼ਾਂ ਦੇ ਵਿੱਚ ਵੀ ਕੋਈ ਬੁਲਾਰਾ ਬੋਲਦਾ ਨਾ, ਉਹ ਇਹ ਕਹਿੰਦਾ ਵੀ ਤੁਹਾਡੇ ਕੋਲ ਸੋਸ਼ਲ ਮੀਡੀਆ ਦੀ ਪਾਵਰ ਆ, ਉਹਦੇ ਤੇ ਤੁਸੀਂ ਛੱਡ ਦਿਓ ਸਾਰੇ ਆਪਣੇ ਨਿੱਜੀ ਕੰਮ, ਜੋ ਤੁਸੀਂ ਨਿੱਜੀ ਸੰਦੇਸ਼ ਭੇਜਦੇ ਆ, ਜੋ ਕੁਝ ਕਰਦੇ ਛੱਡ ਦਿਓ। ਇੱਕੋ ਇੱਕ ਮੋਹਰੇ ਮੰਤਵ ਰੱਖੋ ਆਪਣਾ ਵੀ ਅਸੀਂ ਕਿਸਾਨਾਂ ਬਾਰੇ ਹੀ ਗੱਲ ਕਰਨੀ ਆ, ਇਹਦੇ ਬਾਰੇ ਜਿੰਨਾ ਫੈਲਾਅ ਹੁੰਦਾ ਫੈਲਾਓ। ਔਰ ਉੱਥੇ ਇੱਕ ਵੱਡੀ ਗੱਲ ਨਿਕਲ ਕੇ ਇਹ ਵੀ ਸਾਹਮਣੇ ਆਈ ਆ, ਮੈਂ ਆਸਟ੍ਰੇਲੀਆ ਦੇ ਵਿੱਚ ਇੱਕ ਨੌਜਵਾਨ ਬੁਲਾਰੇ ਨੂੰ ਬੋਲਦਾ ਸੁਣਿਆ। ਉਹ ਕਹਿੰਦਾ ਆਪਾਂ ਲੋਕਾਂ ਨੇ ਸਿਆਸੀ ਬੰਦਿਆਂ ਨੂੰ ਭੂਏ ਚੜਾਇਆ। ਸਹੁੰ ਖਾ ਲਓ ਅੱਜ ਦੀ ਡੇਟ 'ਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਿਆਸੀ ਬੰਦਿਆਂ ਨੂੰ ਮੂੰਹ ਨਹੀਂ ਲਾਉਣਾ, ਨਾ ਇਹੋ ਜਿਹੇ ਬੰਦਿਆਂ ਨੂੰ ਮੂੰਹ ਲਾਉਣਾ ਜਿਹੜੇ ਇਸ ਕਿਸਾਨੀ ਅੰਦੋਲਨ ਨੂੰ ਫਿਰਕੂ ਰੰਗਤ ਦੇ ਰਹੇ ਆ। ਚੈਨਲਾਂ ਵਾਲਿਆਂ ਦੀ ਗੱਲ ਕੀਤੀ ਮੈਂ, ਉੱਥੇ ਜੋਗਿੰਦਰ ਯਾਦਵ ਨੇ ਇੱਕ ਲੈਟਰ ਵੀ ਪੜ੍ਹ ਕੇ ਸੁਣਾਈ ਉੱਥੇ, ਜਿਹੜੇ ਕਿ ਪੂਰੇ ਦੇਸ਼ ਦੀ ਐਡੀਟਰਸ ਗਿਲਡ ਆਫ ਇੰਡੀਆ ਹੁੰਦੀ ਆ, ਜਿਹੜੇ ਵੱਡੇ ਵੱਡੇ ਅਖਬਾਰਾਂ ਦੇ ਸੰਪਾਦਕਾਂ ਦੀ ਇੱਕ ਸਮੂਹ ਜਥੇਬੰਦੀ ਆ, ਉਹਨੂੰ ਗਿਲਡ ਕਹਿੰਦੇ ਆ। ਉਹਨਾਂ ਦੇ ਵੱਲੋਂ ਇੱਕ ਲੈਟਰ ਜਾਰੀ ਹੋਇਆ ਪਏ, ਸਾਨੂੰ ਪਤਾ ਲੱਗਾ ਪਏ ਕੁਛ ਜਿਹੜੇ ਚੈਨਲ ਆ, ਇੱਕ ਵਰਗ ਜਿਹੜਾ ਮੀਡੀਆ ਦਾ, ਉਹ ਇਸ ਨੂੰ ਫਿਰਕੂ ਰੰਗਤ ਦੇ ਰਿਹਾ, ਜੋ ਕਿ ਸਹੀ ਨਹੀਂ ਹੈਗੀ। ਉਹਨਾਂ ਨੇ ਕਿਹਾ ਵੀ ਤੁਹਾਡੀਆਂ ਮਜਬੂਰੀਆਂ ਆ, ਤੁਸੀਂ ਨਹੀਂ ਸਮਰਥਨ ਦੇਣਾ ਨਾ ਦਿਓ, ਘੱਟੋ ਘੱਟ ਨਿਰਪੱਖ ਰਿਪੋਰਟਿੰਗ ਤਾਂ ਕਰੋ। ਪਰ ਇਹ ਆਪਾਂ ਵੀ ਦੇਖਦੇ ਹਾਂ ਵੀ ਇੱਕ ਅੱਧੇ ਚੈਨਲ ਨੂੰ ਛੱਡ ਕੇ ਜਿਹੜੇ ਨੈਸ਼ਨਲ ਲੈਵਲ ਤੇ ਆ, ਬਾਕੀਆਂ ਨੇ ਇਹਨੂੰ ਹਰੇਕ ਚੈਨਲ ਨੇ ਦੂਜੀ ਰੰਗਤ ਨਾਲ ਹੀ ਜੋੜਿਆ ਆ, ਜਿਹਦੇ ਵਿੱਚ ਜੇ ਕਿਤੇ ਕੋਈ ਨਾਰਾ ਵੀ ਲਗਾਉਂਦਾ ਆ ਤਾਂ ਉੱਥੇ ਵੀ ਜੋੜ ਦਿੱਤਾ ਪਏ ਖਾਲਿਸਤਾਨੀ ਆ। ਜੇ ਕਿਤੇ ਕੋਈ ਇਹੋ ਜਿਹਾ ਲੈਫਟਿਸਟ ਜਾਂ ਹੋਰ ਤਰੀਕੇ ਨਾਲ ਦਿਖਦੇ ਆ, ਕਾਮਰੇਡ ਆ ਗਏ ਜੀ। ਉਸ ਤਰੀਕੇ ਨੂੰ ਲੈ ਕੇ ਐਡੀਟਰਸ ਗਿਲਡ ਨੇ ਪੂਰੀ ਤਰ੍ਹਾਂ ਝਾੜ ਪਾਈ ਆ। ਔਰ ਇਹ ਸੋਚਣਾ ਸਮਝਣਾ ਪਊਗਾ ਚੈਨਲ ਵਾਲਿਆਂ ਨੂੰ ਵੀ ਜੇ ਤੁਹਾਨੂੰ ਐਡੀਟਰਸ ਗਿਲਡ ਤੋਂ ਝਾੜ ਪਈ ਆ ਤਾਂ ਉਹਦਾ ਮਤਲਬ ਕੀ ਆ। ਸਰਕਾਰ ਨੇ ਨਹੀਂ ਤੁਹਾਨੂੰ ਕਹਿਣਾ, ਕਿਉਂਕਿ ਸਰਕਾਰ ਦੀ ਤਾਂ ਤੁਸੀਂ ਬੋਲੀ ਬੋਲਦੇ ਆ। ਜਦੋਂ ਨਾ ਪੱਕਾ ਰੱਖਿਆ ਹੋਇਆ ਗੋਦੀ ਮੀਡੀਆ ਤੇ ਉਹ ਤਾਂ ਫਿਰ ਬੋਲਣਾ ਹੀ ਸਰਕਾਰ ਦੀ ਬੋਲੀ ਹੈ, ਸਰਕਾਰ ਨੇ ਕਿਸੇ ਨੇ ਨਹੀਂ ਰੋਕਣਾ। ਉਹ ਵੀ ਜੋਗਿੰਦਰ ਯਾਦਵ ਨੇ ਕਿਹਾ ਵੀ ਰੱਬ ਦਾ ਵਾਸਤਾ ਅਸੀਂ ਤੁਹਾਡੇ ਤੋਂ ਸਾਡਾ ਸਮਰਥਨ ਨਹੀਂ ਮੰਗਦੇ, ਨਹੀਂ ਕਰਨਾ ਨਾ ਕਰੋ ਸਮਰਥਨ ਸਾਡਾ, ਰਿਪੋਰਟਿੰਗ ਸਹੀ ਕਰੋ, ਜੋ ਦੇਖ ਰਹੇ ਉਹ ਜਾ ਕੇ ਪ੍ਰਤੱਖ ਤੌਰ ਤੇ ਦੱਸੋ, ਬਾਕੀ ਸਾਨੂੰ ਲੋੜ ਨਹੀਂ ਤੁਹਾਡੀ। ਇਹ ਵੀ ਵੱਡੀ ਗੱਲ ਹੈ ਜੀ। ਬਹੁਤ ਵਿਚਾਰਾਂ ਦੀ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਇੱਕ ਵਾਰ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਸਰ, ਮੈਂ ਪਿੱਛੇ ਜੇ ਇੱਕ ਗੱਲ ਸੁਣੀ, ਨੈਸ਼ਨਲ ਮੀਡੀਆ ਤੇ ਵੀ ਆ ਰਹੀ ਸੀ, ਉਹ ਵੀ ਬੜੀ ਵਾਇਰਲ ਹੋਈ ਹੈ ਚੀਜ਼। ਇੱਕ ਮੰਤਰੀ ਨੇ ਬਿਆਨ ਦਿੱਤਾ, ਕਹਿੰਦਾ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਇਹਦੇ ਵਿੱਚ ਜਿਹੜੇ ਕਿਸਾਨ ਨੇ ਉਹ ਕਿਸਾਨਾਂ ਵਰਗੇ ਨਹੀਂ ਲੱਗਦੇ ਜੀ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ। ਇਹਨਾਂ ਦੀ ਸੋਚ ਦੇ ਵਿੱਚ ਫਰਕ ਹੈ। ਮੈਂ ਤੁਹਾਨੂੰ ਪਹਿਲਾਂ ਵੀ ਇਸ ਗੱਲ ਕਿਸੇ ਹੋਰ ਗੱਲ ਤੇ ਜ਼ਿਕਰ ਕੀਤੀ ਕਿ ਇਹਨਾਂ ਨੇ ਇੱਕ ਖਾਸ ਤਰ੍ਹਾਂ ਦੀਆਂ ਐਨਕਾਂ ਲਾਈਆਂ ਹੋਈਆਂ ਨੇ। ਸਾਨੂੰ ਇਦਾਂ ਲੱਗਦਾ ਹੈ ਕਿ ਜਿਹੜੇ ਆਫੀਸਰ ਨੇ ਜਾਂ ਕੋਈ ਦਫ਼ਤਰ ਜਾਂਦੇ ਨੇ ਉਹ ਸੋਹਣੇ ਕੱਪੜੇ, ਚੰਗੇ ਕੱਪੜੇ ਪਾ ਕੇ ਦਫ਼ਤਰ ਜਾ ਸਕਦੇ ਨੇ। ਜਿਹੜਾ ਬੰਦਾ ਦੁਕਾਨ ਕਰਦਾ ਹੈ ਜਾਂ ਕੁਝ ਹੋਰ ਕੋਈ ਵੀ ਉਹ ਕੰਮ ਕਰਦਾ, ਉਹਨੂੰ ਚੰਗੇ ਬਣ ਕੇ ਰਹਿਣ ਦਾ ਹੱਕ ਹੈਗਾ ਤੇ ਉਹ ਚੰਗੀਆਂ ਸਹੂਲਤਾਂ ਵੀ ਜ਼ਿੰਦਗੀ ਦੀਆਂ ਮਾਣ ਸਕਦਾ। ਜਦੋਂ ਗੱਲ ਕਿਸਾਨ ਦੀ ਆਉਂਦੀ ਹੈ ਤਾਂ ਫਿਰ ਸਾਨੂੰ ਉਹ 2 ਬਿੱਘਾ ਜ਼ਮੀਨ ਵਾਲਾ ਬਰਾਇਸਾਨੀ ਹੀ ਨਜ਼ਰ ਆਉਂਦਾ ਵੀ ਜਿਹਦੀ ਧੋਤੀ ਫਟੀ ਹੋਈ ਹੋਵੇ, ਮੁੰਡੇ ਤੇ ਪਰਨਾ ਹੋਵੇ, ਪਸੀਨਾ ਹੋਵੇ ਆਇਆ ਹੋਇਆ, ਤੇ ਉਹਨੂੰ ਹੀ ਅਸੀਂ ਕਿਸਾਨ ਸਮਝਦੇ ਹਾਂ। ਇਹ ਨੈਸ਼ਨਲ ਮੀਡੀਆ ਤੇ ਸਾਡੇ ਜਿਹੜੇ ਵੱਡੇ ਲੋਕ ਨੇ, ਜਿਹੜੇ ਸੋ ਕਾਲਡ ਮਿਨਿਸਟਰਸ ਬਣੇ ਹੋਏ ਨੇ, ਇਹਨਾਂ ਨੂੰ ਇਹ ਪੁੱਛਣਾ ਬਣਦਾ ਹੈ ਕਿ ਆਪਣੀ ਤੁਹਾਡੀ ਸੋਚ ਹੈ ਜਿਹੜੀ ਕਦੋਂ ਬਦਲੂਗੀ। ਕਿਸਾਨ ਕੀ ਇਨਸਾਨ ਨਹੀਂ ਹੈਗਾ? ਕਿਉਂ ਕਿਸਾਨ ਨੂੰ ਤੁਸੀਂ ਉਸੇ ਰੂਪ 'ਚ ਦੇਖਣਾ ਚਾਹੁੰਦੇ ਆ ਜਿਸ ਰੂਪ 'ਚ 40 ਸਾਲ 50 ਸਾਲ ਪਹਿਲਾਂ ਸੀ? ਉਹ ਜ਼ਮੀਨ ਦਾ ਮਾਲਕ ਹੈ,
ਉਹਦੇ ਕੋਲ ਚੰਗੀ ਪੂੰਜੀ ਆ, ਉਹ ਤੁਹਾਡੇ ਕਿਸੇ ਵੀ ਹੋਰ ਕਿਤੇ ਨਾਲੋਂ ਵੱਧ ਮਿਹਨਤ ਕਰਦਾ। ਮੈਂ ਕਿਸੇ ਦੂਜੇ ਨਾਲ ਕੰਪੈਰੀਜ਼ਨ ਨਹੀਂ ਕਰਦਾ, ਹਰ ਬੰਦਾ ਆਪਣੀ ਫੀਲਡ 'ਚ ਮਿਹਨਤ ਕਰਦਾ, ਪਰ ਕਿਸਾਨ ਨਾਲੋਂ ਜ਼ਿਆਦਾ ਮਿਹਨਤ ਕੌਣ ਕਰਦਾ? 24 ਘੰਟੇ ਦੇ ਵਿੱਚ ਕੋਈ ਟਾਈਮ ਨਹੀਂ ਹੈਗਾ ਜਦੋਂ ਉਹ ਬੰਦਾ ਖੇਤ 'ਚ ਨਹੀਂ ਜਾਂਦਾ। ਤੇ ਕਿਉਂ ਅਸੀਂ ਇਦਾਂ ਸੋਚਦੇ ਹਾਂ ਕਿ ਕਿਸਾਨ ਚੰਗੀ ਕਾਸ਼ ਜੇ ਘੁੰਮਦਾ ਤੇ ਉਹ ਕਿਸਾਨ ਨਹੀਂ ਹੈਗਾ, ਜੇ ਕਿਸਾਨ ਦੇ ਬੱਚੇ ਕੋਲ ਮੋਬਾਈਲ ਆ ਤੇ ਉਹ ਕਿਸਾਨ ਨਹੀਂ ਹੈਗਾ, ਜੇ ਕਿਸਾਨ ਨੇ ਸੋਨਾ ਪਾਇਆ ਤੇ ਉਹ ਕਿਸਾਨ ਨਹੀਂ ਹੈਗਾ, ਜੇ ਕਿਸਾਨ ਕੋਲ ਚੰਗੀ ਗੱਡੀ ਆ ਤੇ ਉਹ ਕਿਸਾਨ ਨਹੀਂ ਹੈਗਾ। ਇੱਥੋਂ ਤੱਕ ਕਿ ਜੇ ਉਹ ਪੜ੍ਹ ਲਿਖ ਕੇ ਕਿਹਨਾਂ ਕਾਨੂੰਨਾਂ ਨੂੰ ਸਮਝ ਕੇ ਤੇ ਉਹਦੇ ਤੇ ਕੋਈ ਬਹਿਸ ਕਰਨੀ ਚਾਹੁੰਦਾ ਤਾਂ ਵੀ ਉਹ ਕਿਸਾਨ ਨਹੀਂ ਹੈਗਾ। ਇਹਨਾਂ ਨੂੰ ਦੱਸਣਾ ਸਮਝਣਾ ਪਊਗਾ, ਇਹਨਾਂ ਲੋਕਾਂ ਨੂੰ, ਤੇ ਸਾਨੂੰ ਇਹਨਾਂ ਨੂੰ ਦੱਸਣਾ ਪਊਗਾ ਕਿ ਕਿਸਾਨ ਹੁਣ ਪਹਿਲਾਂ ਵਾਲਾ ਜਾਂ 50 ਸਾਲ ਪਹਿਲਾਂ ਵਾਲਾ ਕਿਸਾਨ ਨਹੀਂ ਹੈ। ਪਹਿਲਾਂ ਵੀ ਬਹੁਤ ਸਮਝਦਾਰ ਕਿਸਾਨ ਸੀ। ਇਹ ਲੋਕ ਜਿਹੜੀਆਂ ਨੀਤੀਆਂ ਥੋਪਣੀਆਂ ਚਾਹੁੰਦੇ ਆ, ਇਹਨਾਂ ਨੂੰ ਇਹੀ ਲੱਗਦਾ ਸੀ ਕਿ ਕਿਸੇ ਨੇ ਸਾਡੀ ਗੱਲ ਸੁਣਨੀ ਹੈ ਸਾਰਿਆਂ ਨੇ ਮੰਨ ਲੈਣੀ ਹੈ ਤੇ ਵਿਰੋਧ ਕਰਨਾ ਹੀ ਨਹੀਂ। ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਸਾਰੇ ਹਿੰਦੁਸਤਾਨ ਦੇ ਸਟੇਟਾਂ ਨੇ ਪਰ ਪੰਜਾਬ ਨੂੰ ਆਪਣਾ ਮੋਢੀ ਮੰਨ ਲਿਆ। ਅਸੀਂ ਗੱਲ ਕਰਦੇ ਹਾਂ ਕਿ 6 ਸਾਲ ਤੋਂ ਜਦੋਂ ਤੋਂ ਇਹ ਸਰਕਾਰ ਸੱਤਾ 'ਚ ਆਈ ਆ, ਇਹਨਾਂ ਨੇ ਆਪਣੀ ਮਰਜ਼ੀ ਨਾਲ ਹਰ ਕਾਨੂੰਨ ਲਾਗੂ ਕੀਤਾ, ਕਿਤੇ ਕੁਛ ਕੀਤਾ, ਕਿਤੇ GST ਲਾਤਾ, ਕਿਤੇ ਨੋਟਬੰਦੀ ਕਰਤੀ, ਕਿਤੇ ਕੁਛ ਕੀਤਾ, ਕਿਤੇ ਜੰਮੂ ਕਸ਼ਮੀਰ 'ਚ ਕਰਫਿਊ ਲਾਤਾ। ਕਿਸੇ ਵੀ ਹੋਰ ਸਟੇਟ ਤੋਂ ਇਹਨਾਂ ਨੂੰ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ। ਹਾਲਾਂਕਿ CAA ਦੇ ਮਾਮਲੇ 'ਚ ਹਿੰਦੁਸਤਾਨ ਦੇ ਬਾਕੀ ਹਿੱਸਿਆਂ 'ਚ ਕਾਫੀ ਜਗ੍ਹਾ ਤੇ ਵਿਰੋਧ ਹੋਇਆ, ਪਰ ਉਹ ਇੰਨਾ ਸક્ષਮ ਨਹੀਂ ਸੀ, ਇੰਨਾ ਸੰਗਠਨ ਨਹੀਂ ਸੀ ਜਿੰਨਾ ਪੰਜਾਬ ਵਾਲਾ ਵਿਰੋਧ ਹੈ। ਕਿਸਾਨ ਦੇ ਮਾਮਲੇ 'ਚ ਇਹਨਾਂ ਨੂੰ ਆਪਣੀ ਸੋਚ ਬਦਲਣੀ ਪਊਗੀ। ਕਿਸਾਨ ਕਿਸਾਨ ਹੀ ਆ, ਪਰ ਹੁਣ ਜ਼ਰੂਰੀ ਨਹੀਂ ਆ ਕਿ ਉਹ ਕਿਸਾਨ ਹਰ ਵੇਲੇ ਲਿਬੜਿਆ ਹੀ ਰਵੇ ਤੇ ਉਹ ਅਨਪੜ੍ਹ ਹੀ ਰਵੇ ਤੇ ਸਿਰ ਜਿੱਦਾਂ ਉਹਦੇ ਬੌਧ ਨੇ ਸਿੱਟਿਆ ਹੁੰਦਾ ਸੀ ਉਦਾਂ ਹੀ ਉਹ ਸੁੱਟ ਲਵੇ। ਕਿਸਾਨ ਅੰਦੋਲਨ ਨੂੰ ਦੇਖ ਕੇ ਸਰਕਾਰਾਂ ਇਸ ਕਦਰ ਠਠੰਬਰ ਗਈਆਂ ਨੇ, ਕਹਿੰਦੀਆਂ ਨੇ ਜੋ ਕਿਸਾਨ ਕਰ ਰਿਹਾ ਉਹ ਕਰ ਹੀ ਨਹੀਂ ਸਕਦਾ। ਬਿਲਕੁਲ, ਇਹਨਾਂ ਦੇ ਪਿੱਛੇ ਕੋਈ ਹੋਰ ਤਾਕਤਾਂ ਕੰਮ ਕਰ ਰਹੀਆਂ ਨੇ, ਇਹ ਨਹੀਂ ਕਰ ਸਕਦੇ। ਕੋਈ ਹੋਰ ਤਾਕਤ ਨਹੀਂ ਹੈ ਜੀ ਇਹਦੇ ਵਿੱਚ। ਇੱਕ ਹੋਰ ਗੱਲ ਵੀ ਜੁੜਦੀ ਹੈ, ਇਹਨਾਂ ਨੂੰ ਇਹ ਵੀ ਲੱਗਦਾ ਸੀਗਾ, ਹਾਲਾਂਕਿ ਅਸੀਂ ਬਹੁਤ ਵਾਰ ਖਬਰਾਂ 'ਚ ਵੀ ਸੁਣਿਆ ਕਿ ਫੰਡਿੰਗ ਕਿੱਥੋਂ ਆ ਰਹੀ ਹੈ। ਮੈਂ ਇਹਨਾਂ ਨੂੰ ਸਾਫ਼ ਤੌਰ ਤੇ ਕਹਿਣਾ ਚਾਹੁੰਦਾ, ਜਿਹਨੂੰ ਇਸ ਫੰਡਿੰਗ ਦੇ ਬਾਰੇ ਭੁਲੇਖਾ ਆ, ਉਹ ਆਪਣੀ ਨਿੱਜੀ ਰੁਟੀਨ ਦੇ ਵਿੱਚੋਂ 2-3 ਘੰਟੇ ਕੱਢ ਕੇ ਉੱਥੇ ਘੁੰਮ ਕੇ ਲੋਕਾਂ ਨੂੰ ਮਿਲ ਕੇ ਦੇਖ ਲਵੇ ਤੇ ਪਤਾ ਲੱਗ ਜਾਂਦਾ ਕਿ ਫੰਡਿੰਗ ਆ ਕਿੱਥੋਂ ਰਹੀ। ਇਹ ਜੇ ਫੰਡਿੰਗ ਦੀ ਗੱਲ ਹੋਵੇ ਤੇ ਇੰਨੇ ਸક્ષਮ ਨੇ, ਇਹ ਕੋਈ ਵੀ ਸਰਕਾਰ ਇਹਨਾਂ ਨਾਲ ਕੋਈ ਵੀ ਮੋਨਿਟਰੀ ਸੌਦਾ ਕਰ ਲਵੇ ਕਿ ਸਾਨੂੰ ਇੰਨੇ ਫੰਡ ਚਾਹੀਦੇ ਨੇ, ਤੇ ਇਹ ਕਿਸਾਨ ਉਹਨਾਂ ਨੂੰ ਉੱਥੇ ਮੌਕੇ ਤੇ ਦੇਣ ਨੂੰ ਤਿਆਰ ਨੇ। ਉਹ ਗਾਣਿਆਂ ਦੇ ਵਿੱਚ ਉਹ ਕਹਿੰਦੇ ਨੇ ਕਿ ਤੁਸੀਂ ਮੁੱਲ ਦੱਸੋ। ਸਰ, ਅਗਲਾ ਸਵਾਲ ਮੈਂ ਤੁਹਾਨੂੰ ਕਰਨਾ ਚਾਹੂੰਗੀ, ਜਿਹੜਾ ਸਨਮਾਨ ਤੇ ਅਵਾਰਡ ਵਾਪਸ ਕਰਨ ਦਾ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਰੋਸ ਜਿਹੜਾ ਉਹ ਹਰ ਇੱਕ ਨਾਗਰਿਕ ਦੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਫੈਲ ਗਿਆ ਆ। ਫਿਰ ਚਾਹੇ ਉਹ ਖਿਡਾਰੀ ਆ, ਚਾਹੇ ਉਹ ਐਕਸ ਸਰਵਿਸਮੈਨ ਆ, ਚਾਹੇ ਉਹ ਪੁਲਿਸ ਵਾਲੇ ਆ, ਚਾਹੇ ਉਹ ਸਾਹਿਤਕਾਰ ਆ, ਤੇ ਚਾਹੇ ਕੋਈ ਆ, ਹਰੇਕ ਦੇ ਦਿਲ ਦੇ ਵਿੱਚ ਇਸ ਵੇਲੇ ਕਿਸਾਨੀ ਹੱਕਾਂ ਨੂੰ ਲੈ ਕੇ ਜੋ ਜਜ਼ਬਾ ਪੈਦਾ ਹੋਇਆ ਆ, ਉਹਦੇ ਵਿੱਚ ਸਰਕਾਰ ਪ੍ਰਤੀ ਜਿਹੜਾ ਗੁੱਸਾ ਆ ਉਹ ਬਾਹਰ ਆਉਂਦਾ ਦਿਸ ਰਿਹਾ, ਸਾਫ਼ ਦਿਸ ਰਿਹਾ। ਤੁਸੀਂ ਗੱਲ ਕਰ ਰਹੇ ਸੀਗੇ ਵੀ ਕਿਸਾਨ ਨੂੰ ਕਿਸਾਨ ਨਹੀਂ ਮੰਨਦੇ, ਅਨਪੜ੍ਹ ਮੰਨਦੇ ਆ। ਇਹਨਾਂ ਬੰਦਿਆਂ ਨੂੰ ਪੁੱਛਿਆ ਜਾਵੇ ਵੀ ਜਿੱਥੇ 5 ਕੁਇੰਟਲ ਇੱਕ ਖੇਤ ਚੋਂ ਕੱਢਦਾ ਸੀ ਕਿਸਾਨ ਅੱਜ ਤੋਂ 25, 30, 40 ਸਾਲ ਪਹਿਲਾਂ, ਉਹ ਉਪਜ ਵਧਾ ਕੇ 20-25 ਕੁਇੰਟਲ ਪਰ ਏਕੜ ਤੱਕ ਲੈ ਗਿਆ। ਉਹ ਪੜ੍ਹਿਆ ਲਿਖਿਆ ਸੀ ਤਾਂ ਹੀ ਲੈ ਗਿਆ। ਤੁਹਾਡੇ ਪੂਰੇ ਦੇਸ਼ ਦਾ ਢਿੱਡ ਭਰਿਆ। ਤੁਸੀਂ ਬਾਹਰੋਂ ਕਣਕ ਹੋਰ ਜਿਹੜੀ ਫਸਲਾਂ ਮੰਗਵਾਉਂਦੇ ਸੀਗੇ ਉਹ ਬੰਦ ਕਰਾ ਕੇ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਂਦੀ, ਐਡਾ ਵੱਡਾ ਰੈਵੋਲੂਸ਼ਨ ਲਿਆਂਦਾ। ਜਿਹੜਾ ਰੈਵੋਲੂਸ਼ਨ ਲਿਆਉਣ ਵਾਲਾ ਸੀਗਾ ਬੰਦਾ ਉਹ ਵੀ ਕਿਸਾਨ ਸੀ, ਉਹ ਪੜ੍ਹਿਆ ਲਿਖਿਆ ਸੀ। ਇਹ ਤਾਂ ਇੱਕ ਕਿਸਮ ਨਾਲ ਦੱਸਦੇ ਆ, ਤੇ ਜੇ ਪੜ੍ਹਿਆ ਲਿਖਿਆ ਨਹੀਂ ਸੀ ਤੁਹਾਡੇ ਉੱਥੇ ਬੈਠੇ ਉਹਨਾਂ ਨੇ ਯੈਸ ਨੂੰ ਕਿਵੇਂ ਲਿਖ ਦਿੱਤਾ? ਜੇ ਉਹ ਪੜ੍ਹੇ ਲਿਖੇ ਸੀਗੇ ਤਾਂ ਹੀ ਉਹਨਾਂ ਨੂੰ ਸਾਫ਼ ਸਪਸ਼ਟ ਕਿਹਾ ਵੀ ਸਾਨੂੰ ਤੁਸੀਂ ਸਮਝਾਓ ਨਾ। ਸਿੱਧੀ ਤੇ ਪੱਧਰੀ ਗੱਲ ਆ ਵੀ ਸਾਨੂੰ ਦੱਸੋ ਕਾਨੂੰਨ ਵਾਪਸ ਲੈਂਦੇ ਕਿ ਨਹੀਂ ਲੈਂਦੇ, ਹੋਰ ਸਾਨੂੰ ਕੋਈ ਮਤਲਬ ਨਹੀਂ, ਅਸੀਂ ਸਾਰਾ ਕੁਝ ਪੜ੍ਹ ਕੇ ਆਏ ਆ। ਕਿਉਂਕਿ ਪਿਛਲੀ ਮੀਟਿੰਗ 'ਚ ਉਹਨਾਂ ਨੇ ਕਿਹਾ ਸੀ ਤੁਸੀਂ ਤਿਆਰੀ ਕਰਕੇ ਆਇਓ। ਕਹਿੰਦੇ ਜਿਹੜੇ ਤੁਹਾਨੂੰ ਪਹਿਲਾਂ ਦਿੱਤੇ ਹੋ ਸੀਗੇ ਮੰਗ ਪੱਤਰ ਦਿੱਤੇ ਸੀ, ਯਾਦ ਪੱਤਰ, ਮੈਮੋਰੈਂਡਮ ਦਿੱਤੇ ਸੀ, ਉਹ ਕਿੱਥੇ ਗਏ? ਨਹੀਂ, ਕਹਿੰਦੇ ਨਵੇਂ ਸਿਰੋਂ ਕਰਕੇ ਆਏ, ਸਾਨੂੰ ਬਿੰਦੂ ਦੱਸਿਓ ਕਿਹੜੇ ਕਿਹੜੇ ਬਿੰਦੂਆਂ ਤੇ ਤੁਹਾਨੂੰ ਕਨਸਰਨ ਆ। ਉਹ ਬਿੰਦੂ ਵੀ ਲਿਆ ਕੇ ਦਿਖਾ ਦਿੱਤੇ, ਫਿਰ ਵੀ ਉਹਨਾਂ ਨੂੰ ਭੱਜਣ ਨੂੰ ਰਾਹ ਨਾ ਲੱਭੇ ਫਿਰ ਹੁਣ। ਸੋ ਇਹ ਜਿਹੜਾ ਇਸ ਤਰੀਕੇ ਨਾਲ ਡੀਫੇਮ ਕਰਨਾ, ਇਹ ਇਹਨਾਂ ਦਾ ਸਰਕਾਰਾਂ ਦੀ ਆਦਤ ਹੁੰਦੀ ਆ ਵੀ ਇਹਨੂੰ ਲੰਬਾ ਚਲਾ ਕੇ ਦੇਖੀਏ, ਕਿਸੇ ਤਰੀਕੇ ਨਾਲ ਇਹਨਾਂ ਨੂੰ ਤਾਰ ਪੀੜੋ ਕਰਕੇ ਦੇਖੀਏ। ਹੁਣ ਜਦੋਂ ਇਹ ਸਨਮਾਨਾਂ ਦੀ ਗੱਲ ਚੱਲ ਰਹੀ ਆ, ਸਾਹਿਤਕਾਰਾਂ ਨੇ ਵੀ ਮੋੜਨ ਦਾ ਐਲਾਨ ਕਰਤਾ, ਸਿਆਸੀ ਬੰਦਿਆਂ ਨੇ ਵੀ ਕੁਝ ਪਦਮ ਵਿਭੂਸ਼ਣ ਵਾਪਸ ਕਰ ਰਿਹਾ ਤੇ ਪਦਮ ਭੂਸ਼ਣ ਵਾਪਸ ਕਰ ਰਿਹਾ। 38 ਖਿਡਾਰੀਆਂ ਦਾ ਇੱਕ ਪੂਰਾ ਕਾਫਲਾ ਜਲੰਧਰੋਂ ਗਿਆ, ਜਿਹੜਾ ਕਿ ਮੁੜ ਕੇ ਰਸਤੇ ਦੇ ਵਿੱਚ ਗੁਰਦੁਆਰਾ ਫਤਿਹਗੜ੍ਹ ਸਾਹਿਬ 'ਚ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਗੁਰੂ ਘਰੋਂ ਅੱਗੇ ਤੁਰਿਆ, ਤੇ ਜਾ ਕੇ ਉਹਨਾਂ ਨੇ ਰਾਸ਼ਟਰਪਤੀ ਨੂੰ ਵਾਪਸ ਕਰ ਦੇਣੇ ਆ, ਕੁਝ ਕਰ ਦਿੱਤੇ ਆ। ਉਹ ਇੱਕ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਖਿਡਾਰੀਆਂ ਨੇ ਐਡੀ ਵੱਡੀ ਪੱਧਰ ਤੇ ਜੋ ਵੀ ਆਪਾਂ ਨੂੰ ਉਹਨਾਂ ਨੂੰ ਅਵਾਰਡ ਮਿਲੇ ਸੀ, ਚਾਹੇ ਉਹ ਪਦਮ ਸ਼੍ਰੀ ਆ, ਚਾਹੇ ਉਹ ਖੇਲ ਰਤਨ ਆ, ਚਾਹੇ ਕੁਛ ਆ। ਇਹਦੇ ਵਿੱਚ ਪੁਲਿਸ ਵਾਲੇ ਵੀ ਪਿੱਛੇ ਨਹੀਂ ਆ। ਸਾਬਕਾ DIG, ਸਾਬਕਾ IG, ਸਾਬਕਾ ਫੌਜੀ, ਉਹਨਾਂ ਨੇ ਵੀ ਆਪਣੇ, ਜਿਹਨੂੰ ਕਿਸੇ ਨੂੰ ਪੁਲਿਸ ਮੈਡਲ ਮਿਲਿਆ ਆ, ਜਿਹਨੂੰ ਕਿਸੇ ਨੂੰ ਕੋਈ ਸੇਵਾ ਮੈਡਲ ਮਿਲਿਆ, ਉਹ ਵੀ ਵਾਪਸ ਕਰ ਰਿਹਾ ਆ। ਹੁਣ ਇਹ ਤੋਂ ਵੱਡੀ ਗੱਲ ਇਹ ਆ ਕਿ ਵਿਜੇਂਦਰ ਜਿਹੜਾ ਬਾਕਸਰ ਆ, ਜਿਹਨੇ ਓਲੰਪਿਕ ਦੇ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਸੀਗੀ, ਉਹਨੂੰ ਖੇਲ ਰਤਨ ਅਵਾਰਡ ਛੋਟਾ ਨਹੀਂ ਹੁੰਦਾ।
ਰਾਜੀਵ ਗਾਂਧੀ ਖੇਲ ਰਤਨ ਅਵਾਰਡ ਬਹੁਤ ਵੱਡਾ ਅਵਾਰਡ ਆ ਖੇਡ ਦੇ ਜਗਤ ਦੇ ਵਿੱਚ। ਉਹ ਵੀ ਉਹਨੇ ਉੱਥੇ ਪਹੁੰਚ ਕੇ ਔਰ ਐਲਾਨ ਕਰਤਾ ਕਿ ਜੇ ਕਿਸਾਨਾਂ ਦੇ ਹੱਕ ਦੀ ਗੱਲ ਸਰਕਾਰ ਨਹੀਂ ਕਰਦੀ ਤਾਂ ਮੈਂ ਆਪਣਾ ਇਹ ਅਵਾਰਡ ਵੀ ਵਾਪਸ ਕਰ ਦਵਾਂਗਾ। ਪਰ ਜਦੋਂ ਤੁਸੀਂ ਪਿੱਛੇ ਜੇ ਦੇਖਿਆ ਹੋਊਗਾ ਨਾ ਤੇ ਇਹਨਾਂ ਨੂੰ ਇੱਕ ਅਵਾਰਡ ਵਾਪਸੀ ਗੈਂਗ ਦਾ ਨਾਂ ਦਿੱਤਾ ਗਿਆ ਸੀ ਤੇ ਹੁਣ ਸਰਕਾਰ ਇਹਨਾਂ ਨੂੰ ਵੀ ਗੈਂਗ ਦਾ ਨਾਂ ਦਊਗੀ। ਸਰਕਾਰ ਦੇ ਕੋਲ ਤਾਂ ਵੀ ਨਵੇਂ ਤੋਂ ਨਵੇਂ ਘੜਨ ਵਾਲੇ ਨਾਂ ਰੱਖੇ ਹੁੰਦੇ ਆ ਕਿ ਕਿਹਨੂੰ ਕੀ ਨਾਂ ਦੇ ਦੇਣਾ। ਦੇਖੋ ਜਦੋਂ ਮੁਨਾਵਰ ਹੁਸੈਨ ਨੇ ਜਦੋਂ ਅਵਾਰਡ ਵਾਪਸ ਕੀਤਾ ਸੀਗਾ, ਫਿਰ ਉਦੋਂ ਜਾਵੇਦ ਅਖਤਰ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਮੈਂ ਵਾਪਸ ਕਰ ਰਿਹਾ। ਜਦੋਂ CAA ਦਾ ਰੌਲਾ ਪਿਆ ਸੀਗਾ ਉਦੋਂ ਇਹਨਾਂ ਨੂੰ ਇੱਕ ਚਾਹੇ ਮੀਡੀਆ ਦੀ ਗੱਲ ਕਰ ਲਓ ਚਾਹੇ ਸਰਕਾਰ ਦੀ ਗੱਲ ਕਰ ਲਓ, ਜਿਹੜੇ ਇਹਨਾਂ ਦਾ ਗੋਦੀ ਮੀਡੀਆ ਉਹਨਾਂ ਨੇ ਇੱਕ ਇਹਨੂੰ ਅਵਾਰਡ ਵਾਪਸੀ ਗੈਂਗ ਦਾ ਨਾਂ ਦੇ ਦਿੱਤਾ ਸੀਗਾ। ਤੇ ਹੁਣ ਜਿਹੜੇ ਖਿਡਾਰੀ ਆ ਤੁਹਾਡੇ ਆਪਣੇ ਜਿਹੜੇ ਪੁਲਿਸ ਵਾਲੇ ਆ ਤੁਹਾਡੇ ਹੀ ਮਹਿਕਮੇ ਚੋਂ ਗਏ ਫੌਜੀ ਆ ਜਵਾਨ ਆ ਜਿਹੜੇ, ਉਹ ਦੱਸੋ ਵੀ ਉਹਨਾਂ ਨੂੰ ਕੀ ਨਾਂ ਦਊਂਗੇ। ਸੋ ਇਹ ਜਿਹੜਾ ਰੋਸ ਆ ਬਹੁਤ ਵੱਡੀ ਪੱਧਰ ਤੇ ਫੈਲ ਰਿਹਾ, ਇਹਨਾਂ ਨੂੰ ਸਮਰਥਨ ਬਹੁਤ ਵੱਡੀ ਪੱਧਰ ਤੇ ਮਿਲ ਰਿਹਾ। ਇਸੇ ਕਰਕੇ ਆ ਵੀ ਸਰਕਾਰ ਹੁਣ ਜਿਹੜਾ ਮੈਨੂੰ ਜੋ ਪਤਾ ਲੱਗਾ ਵੀ ਕੱਲ ਦਾ ਵੀ ਸਾਰਾ ਦਿਨ ਉਹਨਾਂ ਨੇ ਐਤਵਾਰ ਵਾਲੇ ਦਿਨ ਵੀ ਉਹ ਚੈਨ ਨਾਲ ਨਹੀਂ ਬੈਠ ਸਕੇ, ਜਿਹੜੇ ਇਹਨਾਂ ਦੇ ਸਰਕਾਰ ਦੇ ਮੰਤਰੀ ਆ ਉਹ ਸਾਰਾ ਦਿਨ ਉਹਨਾਂ ਦਾ ਮੰਥਨ ਹੁੰਦਾ ਰਿਹਾ ਵੀ ਹੁਣ ਕਰੀਏ ਤਾਂ ਕੀ ਕਰੀਏ, ਕਿਉਂਕਿ ਸਰਕਾਰ ਵੀ ਇਹਦੇ ਵਿੱਚ ਫਸ ਗਈ ਆ। ਕਾਨੂੰਨ ਦੀ ਲੋੜ ਨਹੀਂ ਸੀ, ਚੱਲ ਰਿਹਾ ਸੀ ਪੰਜਾਬ ਤੇ ਹਰਿਆਣੇ ਦੇ ਵਿੱਚ MSP, ਬਾਕੀ ਸਟੇਟਾਂ 'ਚ ਜੋ ਹਾਲ ਕੀਤਾ ਸੀਗਾ ਉਹ ਸਾਰਿਆਂ ਦੇ ਸਾਹਮਣੇ ਆ। ਕਿਸੇ ਨੂੰ ਕੋਈ ਲਾਗਤ ਮੁੱਲ ਨਹੀਂ ਮਿਲ ਰਿਹਾ ਸੀ, ਪੂਰੀ ਤਰ੍ਹਾਂ ਫਸਲ ਡੁੱਬ ਰਹੀ ਸੀਗੀ ਤਾਂ ਉੱਥੋਂ ਦੇ ਲੋਕ ਪੰਜਾਬ 'ਚ ਆ ਕੇ ਕੰਮ ਕਰਦੇ ਸੀਗੇ। ਹੁਣ ਜਦੋਂ ਇਹ ਫਸ ਗਏ ਆ, ਜੇ ਤਾਂ ਉਹਨਾਂ ਦੇ ਕਹੇ ਲਾ ਕੇ ਕਾਨੂੰਨ ਵਾਪਸ ਲੈਂਦੇ ਆ, ਫਿਰ ਵੀ ਇਹਨਾਂ ਦੀ ਆਪਣੀ ਨੱਕ ਦਾ ਸਵਾਲ ਕਹਿ ਲਓ ਚਾਹੇ ਮੁੱਛ ਦਾ ਸਵਾਲ ਕਹਿ ਲਓ, ਪਰ ਇਹ ਮੁੱਛ ਜਿਹੜੀ ਆ ਉਹ ਕਿਸਾਨਾਂ ਵੱਲ ਨੂੰ ਮੋੜ ਰਿਹਾ ਵੀ ਤੁਹਾਡੀ ਮੁੱਛ ਦਾ ਸਵਾਲ ਬਣਿਆ। ਜਦ ਕਿਸਾਨ ਇੱਕ ਵਰਗ ਨਹੀਂ ਹੈ, ਉਹਦੇ ਨਾਲ ਵਪਾਰੀ ਵੀ ਜੁੜਿਆ, ਉਹਦੇ ਨਾਲ ਮਜ਼ਦੂਰ ਵੀ ਜੁੜਿਆ, ਉਹਦੇ ਨਾਲ ਆੜਤੀਆ ਵੀ ਜੁੜਿਆ ਆ। ਸਾਰੇ ਹੀ ਵਰਗ ਜਿਹੜੇ ਕਿਸਾਨਾਂ ਤੋਂ ਹੀ ਸ਼ੁਰੂ ਹੁੰਦੇ ਆ, ਉਹਨਾਂ ਤੋਂ ਹੀ ਆਮਦਨ ਲੈ ਕੇ ਉਹਨਾਂ ਤੋਂ ਘਰ ਚੱਲਦਾ ਆਪਣਾ। ਹੁਣ ਉਹਦੇ ਵਿੱਚ ਜੇ ਉਹ ਕੰਮ ਕਰਦੇ ਆ ਅੰਦੋਲਨ ਦੂਜਾ ਕਾਨੂੰਨ ਵਾਪਸ ਲੈਂਦੇ ਆ ਤਾਂ ਫਿਰ ਉਹਨਾਂ ਦੀ ਹੇਠੀ ਹੁੰਦੀ ਆ। ਫਿਰ ਜੇ ਉਹ ਕਹਿੰਦੇ ਆ ਵੀ MSP ਦੀ ਗਰੰਟੀ ਲਿਖਤੀ ਦਿੰਦੇ ਆ, ਉਹ ਸਾਨੂੰ ਮਨਜ਼ੂਰ ਨਹੀਂ। ਕਿਸਾਨਾਂ ਨੇ ਸਾਫ਼ ਕਿਹਾ ਵੀ ਸੋਧ ਤਾਂ ਬਿਲਕੁਲ ਵੀ ਮਨਜ਼ੂਰ ਨਹੀਂ, ਕਾਨੂੰਨ ਵਾਪਸ ਹੋਣੇ ਆ। ਤੇ ਜੇ ਉਹਨੂੰ MSP ਨੂੰ ਕਾਨੂੰਨ ਦੇ ਵਿੱਚ ਲਾਗੂ ਕਰਦੇ ਆ ਤਾਂ ਫਸਦੇ ਆ। ਜਿੱਥੇ ਉਹ 35-40 ਹਜ਼ਾਰ ਕਰੋੜ ਇੱਕ ਸੀਜ਼ਨ ਦਾ ਪੰਜਾਬ ਨੂੰ ਦਿੰਦੇ ਸੀਗੇ, ਹਰਿਆਣੇ ਨੂੰ ਦਿੰਦੇ ਸੀਗੇ, ਜਦੋਂ MSP ਕਾਨੂੰਨ ਬਣ ਗਈ ਫਿਰ ਉਹਨਾਂ ਨੂੰ ਸਾਰੀਆਂ ਸਟੇਟਾਂ ਨੂੰ ਦੇਣਾ ਪਊਗਾ। ਉਹ ਸਰਕਾਰ ਹੁਣ ਬੁਰੀ ਤਰ੍ਹਾਂ ਫਸ ਗਈ ਆ। ਇਸ ਕਰਕੇ ਹੁਣ ਵਿਚਲਾ ਰਾਹ ਲੱਭਦੀ ਆ ਵੀ ਕਿਸੇ ਤਰ੍ਹਾਂ ਹੋਵੇ। ਉਹਨਾਂ ਨੇ ਇਹ ਵੀ ਵਾਸਤਾ ਪਾਇਆ ਵੀ ਰੱਬ ਦਾ ਵਾਸਤਾ ਬਜ਼ੁਰਗ ਜਿਹੜੇ ਬੈਠੇ ਆ, ਬੀਬੀਆਂ ਬੈਠੀਆਂ ਸਿਆਣੀਆਂ, ਬੱਚੇ ਬੈਠੇ, ਠੰਡ ਬਹੁਤ ਹੈ, ਵਾਪਸ ਭੇਜ ਦਿਓ। ਉਦੋਂ ਸਾਫ਼ ਉਹਨਾਂ ਨੇ ਜਿਹੜੇ ਏਕਤਾ ਉਗਰਾਹਾਂ ਗਰੁੱਪ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੇ ਸਾਫ਼ ਸ਼ਬਦਾਂ 'ਚ ਕਹਿਤਾ ਵੀ ਸਾਡੇ ਬੰਦਿਆਂ ਦੀ ਚਿੰਤਾ ਕਰਨ ਦੀ ਤੁਹਾਨੂੰ ਲੋੜ ਨਹੀਂ। ਚਾਹੇ ਕੋਈ ਠੰਡ 'ਚ ਬੈਠਾ ਤੇ ਚਾਹੇ ਕੋਈ ਨਹੀਂ ਬੈਠਾ, ਸਾਡੇ ਆਪਣੇ ਬੰਦਿਆਂ ਦੀ ਅਸੀਂ ਆਪ ਹੀ ਖਿਆਲ ਕਰ ਲਾਂਗੇ। ਤੁਸੀਂ ਕਾਨੂੰਨਾਂ ਬਾਰੇ ਦੱਸੋ ਵੀ ਸਾਨੂੰ ਵਾਪਸ ਲੈਂਦੇ ਕਿ ਨਹੀਂ ਲੈਂਦੇ ਆ। ਹੁਣ ਡਿਪੈਂਡ ਕਰਦਾ ਸਾਰਾ ਕੱਲ ਦੇ ਭਾਰਤ ਬੰਦ ਤੇ ਪਰਸੋਂ ਜਿਹੜੀ 9 ਤਰੀਕ ਨੂੰ ਮੀਟਿੰਗ ਹੋਣੀ ਆ, ਉਸ ਤੋਂ ਬਾਅਦ ਇਹ ਕਲੀਅਰ ਹੋਊਗਾ ਕਿ ਸਰਕਾਰ ਵਾਕਿਆ ਝੁਕਦੀ ਆ ਕਿ ਸਿਰਫ ਐਵੇਂ ਲੋਲੀਪੌਪ ਹੀ ਦਿਖਾ ਰਹੀ ਆ। ਮੈਂ ਇਹਦੇ 'ਚ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਕਿ ਜੇ ਸਰਕਾਰ ਇਹਨੂੰ ਆਪਣੀ ਹੇਠੀ ਸਮਝਦੀ ਹੈ ਤੇ ਇਹ ਸਰਕਾਰ ਬਹੁਤ ਗਲਤ ਸੋਚ ਰਹੀ ਹੈ। ਸਟੇਟਸਮੈਨ ਦਾ ਫਰਜ਼ ਇਹ ਨਹੀਂ ਹੈਗਾ ਕਿ ਉਹਦੀ ਪਰਸਨਲ ਹੇਠੀ ਕਿੱਥੇ ਹੁੰਦੀ ਹੈ। ਸਰਕਾਰ ਇਸ ਕੰਮ ਲਈ ਬਣੀ ਹੁੰਦੀ ਹੈ ਕਿ ਉਹ ਇਹ ਦੇਖੇ ਕਿ ਲੋਕਾਂ ਦਾ ਭਲਾ ਕਿੱਥੇ ਹੁੰਦਾ। ਇੱਕ ਗੱਲ ਹੋਰ ਸੀ, ਉਹ ਹਾਲਾਂਕਿ ਮਜ਼ਾਈਆ ਥੋੜੀ ਜਿਹੀ, ਕਿ ਜਦੋਂ ਅਵਾਰਡ ਵਾਪਸੀ ਦੀ ਅਸੀਂ ਗੱਲ ਕਰਦੇ ਹਾਂ ਤੇ ਜਦੋਂ ਕਿਸੇ ਨੂੰ ਅਵਾਰਡ ਮਿਲਦਾ ਤੇ ਉਹ ਬਹੁਤ ਜ਼ਿਆਦਾ ਉਹਦੀ ਮਿਹਨਤ ਹੁੰਦੀ ਹੈ, ਉਹਦੇ ਪਿੱਛੇ ਬਹੁਤ ਸਾਰੀ ਖੁਸ਼ੀ ਹੁੰਦੀ ਹੈ। ਹਾਲਾਂਕਿ ਕਈ ਅਵਾਰਡਾਂ ਦੇ ਪਿੱਛੇ ਰਾਜਨੀਤੀ ਜਾਂ ਲੌਬਿੰਗ ਵੀ ਹੁੰਦੀ ਹੈ, ਪਰ ਫਿਰ ਵੀ ਵੱਡੀ ਗੱਲ ਹੁੰਦੀ ਹੈ ਕਿਸੇ ਖਿਡਾਰੀ ਨੂੰ, ਕਿਸੇ ਪੁਲਿਸ ਵਾਲੇ ਨੂੰ ਜਾਂ ਕਿਸੇ ਹੋਰ ਬੰਦੇ ਨੂੰ ਆਪਣੇ ਫੀਲਡ ਦੇ ਵਿੱਚ ਕੋਈ ਖਾਸ ਕੰਮ ਕਰਨ ਦੇ ਪਿੱਛੇ ਇਨਾਮ ਮਿਲਣਾ ਤੇ ਅਵਾਰਡ ਮਿਲਣਾ। ਤੇ ਲੋਕ ਵਿਰੋਧ ਦੀ ਇਹ ਕਿੱਡੀ ਵੱਡੀ ਸਿਖਰ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਇਨਾਮ ਆ ਉਹ ਵਾਪਸ ਹੋ ਰਿਹਾ। ਤੇ ਉੱਥੇ ਕੱਲ ਕੋਈ ਬੰਦਾ ਮਜ਼ਾਕ ਕਰ ਰਿਹਾ ਸੀ, ਕਹਿੰਦਾ ਜਿੰਨੇ ਲੋਕ ਆ ਰਹੇ ਆ ਇਦਾਂ ਟਰਾਲੀਆਂ 'ਚ ਭਰ ਕੇ ਇਹਨਾਂ ਦੇ ਪਦਮ ਭੂਸ਼ਣ ਤੇ ਪਦਮ ਵਿਭੂਸ਼ਣ ਵੀ ਵਾਪਸ ਆ ਰਹੇ। ਇਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਹ ਜਿਹੜੀ ਹਾਲਾਤ ਆ ਇਹ ਉਹਨਾਂ ਦੇ ਲਈ ਸਾਜ਼ਗਾਰ ਨਹੀਂ ਹੈ। ਚਰਚਾ ਬਹੁਤ ਲੰਬੀ ਹੋ ਗਈ ਹੈ ਸਰ, ਤੇ ਜਾਂਦੇ ਸਾਨੂੰ ਕਰੋਨਾ ਦਾ ਹਾਲ ਦੱਸੋ। ਕਰੋਨਾ ਦੀ ਗੱਲ ਇਹ ਆ ਵੀ ਇਸ ਵੇਲੇ ਜਿਹੜੇ ਟੀਕਿਆਂ ਦੀ ਦੌੜ, ਵੈਕਸੀਨਾਂ ਦੀ ਦੌੜ ਲੱਗੀ ਪਈ ਆ, ਉਹ ਇਸ ਵੇਲੇ ਸਿਖਰ ਤੇ ਆ, ਜਿਹਦੇ ਵਿੱਚ ਫਾਈਜ਼ਰ, ਆਕਸਫੋਰਡ ਵਾਲਿਆਂ ਦੀ, ਬਾਇਓਟੈਕ ਵਾਲਿਆਂ ਦੀ, ਤਾਂ ਇੱਥੋਂ ਤੱਕ ਜਿਹੜੀ ਕੋਵੈਕਸੀਨ ਭਾਰਤ ਨੇ ਬਣਾਈ ਆ ਜਿਹੜੀ, ਉਹਦਾ ਵੀ ਇਸ ਵੇਲੇ ਪੂਰੇ ਸਿਖਰ ਤੇ ਟ੍ਰਾਇਲ ਖਤਮ ਹੋ ਚੁੱਕਾ ਆ। ਤੇ ਉਹਨਾਂ ਨੇ ਹੁਣ ਜਿਵੇਂ ਫਾਈਜ਼ਰ ਨੇ, ਇੰਗਲੈਂਡ ਨੇ ਤਾਂ ਉਹਨੂੰ ਮਨਜ਼ੂਰੀ ਦੇਤੀ ਐਮਰਜੈਂਸੀ ਯੂਜ਼ ਦੀ, ਬਹਿਰੀਨ ਨੇ ਵੀ ਦੇਤੀ ਆ। ਹੁਣ ਫਾਈਜ਼ਰ ਨੇ ਇੰਡੀਆ ਵਿੱਚ ਵੀ ਅਪਲਾਈ ਕੀਤਾ ਕਿ ਅਸੀਂ ਇਹਦੇ ਵਿੱਚ ਐਮਰਜੈਂਸੀ ਯੂਜ਼ ਕਰਨੀ ਆ। ਇਹ ਵੱਖਰੀ ਗੱਲ ਹੈ ਕਿ ਸਾਇੰਟੀਫਿਕ ਤੌਰ ਤੇ ਉਹਦਾ ਇੱਥੇ ਵਰਤੋਂ ਹੁੰਦੀ ਕਿ ਨਹੀਂ ਹੁੰਦੀ, ਉਹ ਇਹਨਾਂ ਨੇ ਵਿਗਿਆਨੀਆਂ ਨੇ ਦੇਖਣਾ, ਕਿਉਂਕਿ ਉਹਨਾਂ ਨੂੰ ਬਹੁਤ ਹੀ -70-80 ਡਿਗਰੀ ਤੇ ਉਸ ਟੀਕੇ ਨੂੰ ਰੱਖਿਆ ਜਾਣਾ ਸੰਭਵ ਆ। ਉਹ ਭਾਰਤ ਵਿੱਚ ਲੱਗਦਾ ਨਹੀਂ ਕਿਸੇ ਤਰੀਕੇ ਨਾਲ ਚੱਲ ਸਕੇ। ਪਰ ਜਿਹੜੀ ਭਾਰਤ ਦੀ ਕੋਵੈਕਸੀਨ ਆ, ਜਿਹੜੀ ਕਿ ਆਕਸਫੋਰਡ ਦੇ ਨਾਲ, ਐਕਸਟਰਾਜੈਨੇਕਾ ਦੇ ਨਾਲ ਬਣਾਈ ਗਈ ਆ, ਸਭ ਤੋਂ ਵੱਡੀ ਗਿਣਤੀ 'ਚ ਡੋਜ਼ ਬਣਾਏ ਆ, ਉਹਨਾਂ ਨੇ ਵੀ ਭਾਰਤ ਤੋਂ ਮਨਜ਼ੂਰੀ ਵਾਸਤੇ ਲਿਖਤੀ ਕਹਿਤਾ ਵੀ ਸਾਨੂੰ ਮਨਜ਼ੂਰੀ ਦਿਓ, ਇਹਦੀ ਐਮਰਜੈਂਸੀ ਯੂਜ਼ ਕੀਤੀ ਜਾ ਸਕੇ। ਸੋ ਆਉਂਦੇ ਕੁਝ ਹਫ਼ਤਿਆਂ ਦੇ ਵਿੱਚ ਜਾਂ ਜਿਹੜਾ ਚੜ੍ਹਦਾ ਨਵਾਂ ਸਾਲ ਆ ਉਹ ਸੁੱਖਾਂ ਵਾਲਾ ਹੋ ਸਕਦਾ। ਇਹ ਆਪਾਂ ਆਸ ਕਰਦੇ ਹਾਂ, ਉਮੀਦ ਕਰਦੇ ਹਾਂ, ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਇਹ ਜਿਹੜੀ ਮਹਾਮਾਰੀ 2020 ਦੇ ਵਿੱਚ ਸੀਗੀ ਇਹਨੂੰ ਇੱਥੋਂ ਹੀ ਮੋੜ ਲੈ ਜਾਵੇ। 21 ਸਾਡਾ ਜਿਹੜਾ ਖੁਸ਼ਹਾਲੀ ਵਾਲਾ ਚੜ੍ਹੇ ਜੀ।
ਜੀ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਗੱਲਾਂ ਬਾਤਾਂ ਤੇ ਇੰਨੀਆਂ ਨੇ ਵੀ ਭਾਵੇਂ ਕੱਲ ਦਾ ਦਿਨ ਚੜ ਜੇ। ਜੀ। ਤੁਸੀਂ ਸਟੂਡੀਓ ਦੇ ਵਿੱਚ ਆਏ ਆ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ, ਫਿਰ ਅਗਲੇ ਪ੍ਰੋਗਰਾਮ ਵਿੱਚ ਅਗਲੇ ਵਿਚਾਰ ਤੇ ਅਗਲੀ ਚਰਚਾ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।